ਸਨਮਾਨਯੋਗ ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨ ਕਾਲਜ ਲੁਧਿਆਣਾ ਵੱਲੋਂ SMC ਗੁਰਮਤਿ ਕਲਾਸ USA ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਸਾਰਿਆਂ ਦਾ ਸਵਾਗਤ ਹੈ। ਹਰ ਸੋਮਵਾਰ ਦੀ ਤਰ੍ਹਾਂ ਸਾਡਾ ਅੱਜ ਦਾ ਸੈਸ਼ਨ ਵੀ ਸਵਾਲ ਜਵਾਬ ਦਾ ਹੈ। ਆਪ ਜੀ ਵੱਲੋਂ ਭੇਜੇ ਹੋਏ ਸਵਾਲਾਂ ਦੇ ਜਵਾਬ ਸਿੱਖ ਮਿਸ਼ਨ ਕਾਲਜ ਦੇ ਪੈਨਲ ਮੈਂਬਰਸ ਉਹ ਆਪ ਜੀ ਨਾਲ ਸਾਂਝਾ ਕਰਨਗੇ। ਅੱਜ ਦੇ ਸਵਾਲ ਜਵਾਬ ਸੈਸ਼ਨ ਦੀ ਸੇਵਾ ਵੀਰ ਤਜਿੰਦਰ ਸਿੰਘ ਜੀ ਕਰ ਰਹੇ ਹਨ। ਬੇਨਤੀ ਕਰਦਾ ਹਾਂ ਵੀਰ ਜੀ ਕਿਰਪਾ ਕਰੋ ਇਸ ਸਵਾਲ ਜਵਾਬ ਦਾ ਸੈਸ਼ਨ ਆਰੰਭ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਦੀ ਗੁਰਮਤਿ ਕਲਾਸ USA ਦੇ ਵਿੱਚ ਅੱਜ ਸੋਮਵਾਰ ਦੇ ਦਿਨ ਜੋ ਆਪ ਜੀ ਵੱਲੋਂ ਭੇਜੇ ਗਏ ਸਵਾਲ ਹੁੰਦੇ ਹਨ, ਉਹਨਾਂ ਦੇ ਪੈਨਲ ਮੈਂਬਰਾਂ ਵੱਲੋਂ ਜੋ ਆਪਸੀ ਸਹਿਮਤੀ ਨਾਲ ਜਵਾਬ ਬਣਦੇ ਹਨ ਉਹ ਆਪ ਜੀ ਦੇ ਨਾਲ ਸਾਂਝੇ ਕੀਤੇ ਜਾਂਦੇ ਹਨ। ਉਸ ਨੂੰ ਆਓ ਆਰੰਭ ਕਰੀਏ। ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਜਿਹੜੇ ਪੈਨਲ ਮੈਂਬਰਸ ਹਨ ਉਹ ਆਪ ਜੀ ਦੇ ਨਾਲ ਫਤਿਹ ਬੁਲਾ ਕਰਕੇ ਸਾਂਝ ਪਾਉਣਗੇ। ਮੈਂ ਬੇਨਤੀ ਕਰ ਰਿਹਾ ਵੀਰ ਇੰਦਰਵੀਰ ਸਿੰਘ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰ MP ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਭ ਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਤੇਜਿੰਦਰ ਸਿੰਘ ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਜਗੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਕਿੱਕਰ ਸਿੰਘ ਜੀ। ਸ਼ਾਇਦ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਪੜ ਗਿਓ। ਚਲੋ ਠੀਕ ਹੈ ਜੀ। ਤੋ ਅੱਜ ਦੇ ਜਿਹੜੇ ਸਵਾਲ ਹਨ ਉਹਨਾਂ ਦੇ ਵਿੱਚੋਂ ਕੁਝ ਜਿਹੜੇ ਇਤਿਹਾਸ ਦੇ ਨਾਲ ਸੰਬੰਧਿਤ ਹਨ ਔਰ ਕੁਝ ਜਿਹੜੇ ਸਵਾਲ ਹਨ ਉਹ ਫਿਲਾਸਫੀ ਦੇ ਨਾਲ ਸੰਬੰਧਿਤ ਹਨ ਔਰ ਕੁਝ ਜੋ ਗੁਰਬਾਣੀ ਦੇ ਅੰਦਰ ਰਲੇ ਪਾਏ ਗਏ ਹਨ ਉਹਨਾਂ ਦੇ ਬਾਰੇ ਹਨ ਔਰ ਕੁਝ ਜੋ ਗੁਰਬਾਣੀ ਦੀ ਜੋ ਤੁਕਾਂ ਦੇ ਉਚਾਰਨ ਕਰਨੇ ਹਨ ਉਹਨਾਂ ਦੇ ਬਾਰੇ ਹਨ ਔਰ ਕੁਝ ਜੋ ਪੰਥ ਦੇ ਅੰਦਰ ਕੁਝ ਐਸੀਆਂ ਸੰਸਥਾਵਾਂ ਜਿਹੜੀਆਂ ਉਹ ਪੈਦਾ ਹੋ ਗਈਆਂ ਹਨ ਜਿਨ੍ਹਾਂ ਨੇ ਕਿ ਗੁਰਮਤਿ ਦੇ ਵਿਰੋਧੀ ਇਤਿਹਾਸ ਸਿਰਜਿਆ ਹੈ। ਤੋ ਉਹਦੇ ਨਾਲ ਵੀ ਸੰਬੰਧਿਤ ਸਵਾਲ ਹਨ। ਤੋ ਆਓ ਇੱਕ ਇੱਕ ਕਰਕੇ ਅਸੀਂ ਸਾਰੇ ਸਵਾਲਾਂ ਨੂੰ ਆਰੰਭ ਕਰਦੇ ਹਾਂ। ਤੋ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਸਰਦਾਰ ਪ੍ਰਭ ਕੀਰਤਨ ਸਿੰਘ ਜੀ ਨੂੰ ਔਰ ਉਹਨਾਂ ਦਾ ਸਵਾਲ ਹੈ ਕਿ ਨਿਰਮਲ ਪ੍ਰਥਾ ਕਿਸ ਨੇ ਸ਼ੁਰੂ ਕੀਤੀ ਤੇ ਇਹ ਕਦੋਂ ਸ਼ੁਰੂ ਹੋਈ। ਨਿਰਮਲ ਪ੍ਰਥਾ ਕਿਸ ਨੇ ਸ਼ੁਰੂ ਕੀਤੀ ਤੇ ਕਦੋਂ ਸ਼ੁਰੂ ਹੋਈ। ਵੀਰ ਪ੍ਰਭ ਕੀਰਤਨ ਸਿੰਘ ਜੀ ਨੂੰ ਬੇਨਤੀ ਹੈ ਕਿ ਇਸ ਬਾਰੇ ਸੰਗਤਾਂ ਨੂੰ ਜੋ ਜਵਾਬ ਹੈ ਉਹ ਸਾਂਝਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੋ ਜਿਵੇਂ ਕਿ ਵੀਰ ਜੀ ਨੇ ਦੱਸਿਆ, ਸਵਾਲ ਹੈ ਕਿ ਨਿਰਮਲ ਪ੍ਰਥਾ ਕਦੋਂ ਸ਼ੁਰੂ ਹੋਈ, ਇਹਦੀ ਬੈਕਗਰਾਉਂਡ ਕੀ ਹੈ, ਜਾਂ ਇਉਂ ਕਹਿ ਲਓ ਕਿ ਨਿਰਮਲਿਆਂ ਦਾ ਇਤਿਹਾਸ ਕੀ ਹੈ। ਤੋ ਇਹ ਜੋ ਫਿਰਕਾ ਹੈ ਸਾਡੇ ਵਿੱਚ, ਜਿਹਨੂੰ ਨਿਰਮਲਾ ਪ੍ਰਥਾ ਵੀ ਕਹਿ ਦਿੰਦੇ ਹਨ, ਇਹ ਆਪਣੇ ਆਪ ਨੂੰ ਨਿਰਮਲ ਪੰਥ ਵੀ ਕਹਿੰਦੇ ਹਨ ਤੇ ਇਹਨਾਂ ਨੂੰ ਕਈ ਵਾਰੀ ਨਿਰਮਲ ਸੰਪਰਦਾਇ ਵੀ ਕਹਿ ਦਿੱਤਾ ਜਾਂਦਾ ਹੈ, ਨਿਰਮਲ ਅਖਾੜਾ ਵੀ ਕਹਿ ਦਿੱਤਾ ਜਾਂਦਾ ਹੈ। ਇਹ ਜਿਹੜਾ ਫਿਰਕਾ ਹੈ ਜਾਂ ਸੰਪਰਦਾਇ ਹੈ, ਇਹਦੇ ਬਾਰੇ ਇੱਕ ਆਮ ਕਥਾ ਸਾਡੇ ਪੰਥ ਦੇ ਵਿੱਚ, ਸੰਗਤ ਦੇ ਵਿੱਚ ਪ੍ਰਚਲਿਤ ਹੈ। ਪਹਿਲਾਂ ਆਪਾਂ ਉਹਨੂੰ ਜਰਾ ਥੋੜਾ ਜਿਹਾ ਉਹਦੀ ਵਿਚਾਰ ਕਰ ਲਈਏ ਕਿ ਇਹ ਜਿਹੜੀ ਕਥਾ ਇਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਜੋੜਦੀ ਹੈ। ਸੰਨ 1685 ਤੋਂ 1688 ਤੱਕ ਦਸਮ ਪਾਤਸ਼ਾਹ ਪਾਉਂਟਾ ਸਾਹਿਬ ਵਿਖੇ ਉਹਨਾਂ ਨੇ ਨਿਵਾਸ ਕੀਤਾ। ਇਸ ਦੌਰਾਨ ਇਹ ਦੱਸਿਆ ਜਾਂਦਾ ਹੈ ਕਿ ਪਾਤਸ਼ਾਹ ਨੇ ਸੰਗਤਾਂ ਨੂੰ ਸ਼ਸਤਰ ਦੇ ਨਾਲ ਸ਼ਾਸਤਰ ਸਿੱਖਣ ਦੀ ਵੀ ਪ੍ਰੇਰਨਾ ਦਿੱਤੀ
ਤੇ ਇਸ ਕੰਮ ਲਈ ਉਹਨਾਂ ਨੇ ਕਿਹਾ ਵੀ ਕੁਝ ਸਿੰਘ ਤਿਆਰ ਹੋ ਜਿਹੜੇ ਕੁਝ ਸੰਸਕ੍ਰਿਤ ਨੂੰ ਸਿੱਖਣ। 5 ਸਿੰਘਾਂ ਨੇ ਨਾਮ ਦਿੱਤੇ ਕਿ ਅਸੀਂ 5 ਸਿੰਘਾਂ ਨੇ ਕਿਹਾ ਵੀ ਅਸੀਂ ਪੜ੍ਹਨ ਨੂੰ ਤਿਆਰ ਹਾਂ। ਤਾਂ ਇਸ ਕੰਮ ਲਈ ਇਸ ਕਥਾ ਦੇ ਮੁਤਾਬਕ ਸਤਿਗੁਰੂ ਜੀ ਨੇ ਪੰਡਿਤ ਰਘੁਨਾਥ ਜੋ ਉੱਥੋਂ ਦੇ ਰਹਿਣ ਵਾਲੇ ਸਨ ਉਹਨਾਂ ਨੂੰ ਇਹ ਵਿੱਦਿਆ ਦੇਣ ਲਈ ਕਿਹਾ ਗਿਆ। ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਕਥਾ ਪ੍ਰਾਪਤ ਕਰਨ ਵਾਲੇ ਸਾਰੇ ਸ਼ੂਦਰ ਹਨ, ਭਾਵ ਬ੍ਰਾਹਮਣ ਖੱਤਰੀ ਵੈਸ਼ ਨਹੀਂ ਹਨ, ਤਾਂ ਉਹਨਾਂ ਨੇ ਬਹਾਨਾ ਮਾਰ ਕੇ ਇਹ ਵਿੱਦਿਆ ਦੇਣ ਤੋਂ ਨਾ ਕਰ ਦਿੱਤੀ ਤੇ ਕਿਹਾ ਕਿ ਮੈਂ ਇਹਨਾਂ ਨੂੰ ਇਹ ਵਿੱਦਿਆ ਨਹੀਂ ਦੇ ਸਕਦਾ। ਤੇ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਫਿਰ ਵਿਚਾਰ ਕੀਤਾ ਕਿ ਹੁਣ ਕੀ ਕੀਤਾ ਜਾਵੇ। ਤਾਂ ਉਹਨਾਂ ਨੇ ਸੰਨ 1686 ਵਿੱਚ ਇਹਨਾਂ 5 ਸਿੱਖਾਂ ਨੂੰ ਉੱਚ ਜਾਤੀ ਬ੍ਰਾਹਮਣਾਂ ਵਾਲਾ ਭੇਖ, ਬ੍ਰਹਮਚਾਰੀਆਂ ਵਾਲਾ ਭੇਖ ਬਣਾ ਕੇ ਤੇ ਇਹਨਾਂ ਨੂੰ ਬਨਾਰਸ ਵਿੱਚ ਜਾਣ ਦਾ ਹੁਕਮ ਕੀਤਾ ਤੇ ਉੱਥੇ ਜਾ ਕੇ ਵਿੱਦਿਆ ਪ੍ਰਾਪਤ ਕਰਨ ਲਈ ਕਿਹਾ। ਹੁਣ ਇਹ ਵੀ ਆਪਣੇ ਆਪ ਦੇ ਵਿੱਚ ਵਿਚਾਰਨ ਵਾਲੀ ਗੱਲ ਹੈ ਕਿ ਕੀ ਸਤਿਗੁਰੂ ਨੇ ਉਹਨਾਂ ਨੂੰ ਉਹਨਾਂ ਦੇ ਜਾਤੀ ਦੇ ਹਿਸਾਬ ਨਾਲ ਇੱਕ ਪੰਡਤ ਉਹਨਾਂ ਨੂੰ ਸ਼ੂਦਰ ਜਾਤੀ ਦਾ ਕਹਿ ਰਿਹਾ ਤੇ ਉਹ ਬ੍ਰਹਮਚਾਰੀ ਬ੍ਰਾਹਮਣ ਦਾ ਭੇਖ ਧਰ ਕੇ ਜਾਣ ਲਈ ਕਿਹਾ। ਉੱਥੇ ਜਾ ਕੇ ਇਹਨਾਂ ਨੇ ਜਿਹੜੀ ਥਾਂ ਦੇ ਉੱਤੇ ਕਿਹਾ ਜਾਂਦਾ ਕਿ ਆਪਣੇ ਰਹਿਣ ਦੀ ਥਾਂ ਬਣਾਈ, ਉਹ ਅੱਜ ਨਿਰਮਲ ਅਖਾੜਾ ਕਹਿਲਾਉਂਦਾ ਹੈ ਬਨਾਰਸ ਦੇ ਵਿੱਚ। ਇਹ ਵੀ ਕਿਹਾ ਜਾਂਦਾ ਹੈ ਕਿ 1686 ਤੋਂ ਇਹ ਕਾਫੀ ਲੰਬਾ ਸਮਾਂ ਉੱਥੇ ਰਹੇ। ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ 1699 ਵਿੱਚ ਖਾਲਸੇ ਦੀ ਸਾਜਨਾ ਹੋ ਗਈ ਹੈ ਤਾਂ ਉਸ ਤੋਂ ਬਾਅਦ ਇਹ ਵਾਪਸ ਅਨੰਦਪੁਰ ਸਾਹਿਬ ਆਏ ਤੇ ਉੱਥੋਂ ਆ ਕੇ ਇਹਨਾਂ ਨੇ ਸਿੱਖੀ ਦਾ ਪ੍ਰਚਾਰ ਅਨੰਦਪੁਰ ਸਾਹਿਬ ਦੇ ਵਿੱਚ ਰਹਿੰਦਿਆਂ ਸ਼ੁਰੂ ਕਰ ਦਿੱਤਾ। ਤੇ ਸੰਨ 1705 ਦੇ ਵਿੱਚ ਜਦੋਂ ਅਨੰਦਪੁਰ ਸਾਹਿਬ ਗੁਰੂ ਸਾਹਿਬ ਨੇ ਖਾਲੀ ਕੀਤਾ, ਉਹਦੇ ਵਿੱਚ ਇਹਨਾਂ ਦਾ ਕੀ ਰੋਲ ਸੀ ਇਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਲੱਗਦਾ। ਪਰ ਜਿੰਨੀ ਦੇਰ ਇਹ ਉੱਥੇ ਰਹੇ 1705 ਤੱਕ, ਇਹ ਇੱਕ ਵੱਖਰੇ ਭੇਖ ਦੇ ਵਿੱਚ ਰਹਿੰਦੇ ਸਨ ਜਿਹਦੇ ਵਿੱਚ ਇਹਨਾਂ ਨੇ ਸਾਧੂਆਂ ਵਾਲਾ ਭੇਖ ਬਣਾਇਆ ਹੁੰਦਾ ਸੀ। ਤੇ ਅਨੰਦਪੁਰ ਸਾਹਿਬ ਜਦੋਂ ਖਾਲੀ ਹੋਇਆ ਤਾਂ ਇਹ ਵੀ ਉੱਥੋਂ ਨਿਕਲ ਗਏ ਤੇ ਨਿਕਲ ਕੇ ਉਹ ਪੰਜਾਬ ਦੇ ਵਿੱਚ ਨਹੀਂ ਰਹੇ ਕਿਹਾ ਜਾਂਦਾ। ਇਹ ਹਰਿਦੁਆਰ, ਪ੍ਰਯਾਗ, ਵਾਰਾਣਸੀ ਇਦਾਂ ਦੇ ਜਿਹੜੇ ਹਿੰਦੂ ਤੀਰਥ ਸਨ, ਪੁਰੀ ਤੱਕ ਇਹਨਾਂ ਦੇ ਜਾਣ ਦਾ ਉਹ ਕਹਿੰਦੇ ਹਨ ਕਿ ਸਾਰੇ ਵੱਡੇ ਤੀਰਥਾਂ ਦੇ ਵਿੱਚ ਜਾ ਕੇ ਇਹਨਾਂ ਨੇ ਆਪਣਾ ਨਿਵਾਸ ਕਰ ਲਿਆ ਤੇ ਉੱਥੇ ਜਾ ਕੇ ਸਿੱਖੀ ਦਾ ਇਹਨਾਂ ਦੇ ਕਹਿਣ ਮੁਤਾਬਕ ਪ੍ਰਚਾਰ ਸ਼ੁਰੂ ਕਰ ਦਿੱਤਾ। ਕਾਫੀ ਲੰਮਾ ਸਮਾਂ ਇਹ ਉੱਥੇ ਹੀ ਰਹੇ ਤੇ ਫਿਰ ਸੰਨ 1700 ਤੋਂ 1750 ਤੋਂ ਬਾਅਦ ਜਦੋਂ ਹਾਲਾਤ ਬਦਲਣੇ ਸ਼ੁਰੂ ਹੋਏ, ਮਿਸਲਾਂ ਬਣ ਗਈਆਂ ਤੇ ਅਬਦਾਲੀ ਦੇ ਨਾਲ ਟਾਕਰੇ ਹੋਏ ਤੇ ਉਸ ਤੋਂ ਬਾਅਦ ਸਿੱਖਾਂ ਦੀ ਚੜ੍ਹਤ ਹੋਣੀ ਸ਼ੁਰੂ ਹੋਈ, ਤਾਂ ਸੰਨ 1750 ਦੇ ਕਰੀਬ ਆਪਾਂ ਕਹਿ ਸਕਦੇ ਹਾਂ ਕਿ ਇਹ ਮੁੜ ਪੰਜਾਬ ਦੇ ਵਿੱਚ ਆ। ਉਦੋਂ ਇਹਨਾਂ ਨੇ ਆ ਕੇ ਤੇ ਜਿਨ੍ਹਾਂ ਨੂੰ ਅੱਜ ਅਸੀਂ ਫੂਲਕੀਆਂ ਰਿਆਸਤਾਂ ਕਹਿੰਦੇ ਹਾਂ, ਪਟਿਆਲਾ, ਜੀਂਦ, ਨਾਭਾ, ਫਰੀਦਕੋਟ ਤੇ ਇਧਰ ਹਰਿਆਣੇ ਦੇ ਕੈਥਲ ਤੇ ਹੋਰ ਥਾਵਾਂ ਦੇ ਉੱਤੇ ਇਹਨਾਂ ਦੀ ਆ ਕੇ ਇਹਨਾਂ ਨੇ ਇਹਨਾਂ ਨਾਲ ਸੰਪਰਕ ਕੀਤਾ ਤੇ ਸਿੱਖੀ ਦੇ ਪ੍ਰਚਾਰ ਵਿੱਚ ਇਹਨਾਂ ਨੇ ਆਪਣਾ ਹਿੱਸਾ ਪਾਉਣ ਦੀ ਇਜਾਜ਼ਤ ਮੰਗੀ ਤੇ ਇਹਨਾਂ ਤੋਂ ਮਾਇਕ ਸਹਾਇਤਾ ਇਹਨਾਂ ਨੇ ਪ੍ਰਾਪਤ ਕਰ ਲਈ। ਇਹ ਕਿਹਾ ਜਾਂਦਾ ਹੈ ਕਿ ਜਦੋਂ ਇਹਨਾਂ ਦੇ ਪਾਸ ਕੁਝ ਮਾਇਆ ਹੋ ਗਈ ਤਾਂ ਸੰਨ 1855 ਦੇ ਵਿੱਚ ਇਹਨਾਂ ਨੇ ਹਰਿਦੁਆਰ ਦੇ ਵਿੱਚ ਕੁੰਭ ਦਾ ਮੇਲਾ ਸੀ, ਉੱਥੇ ਇਹਨਾਂ ਨੇ ਸਾਰੇ ਨਿਰਮਲਿਆਂ ਦੀ ਵੱਡੀ ਮੀਟਿੰਗ ਕੀਤੀ ਤੇ ਉੱਥੇ ਫੈਸਲਾ ਕਰਕੇ ਇਹਨਾਂ ਨੇ ਹਰਿਦੁਆਰ ਦੇ ਨਾਲ ਹੀ ਇੱਕ ਪਿੰਡ ਕਨਖਲ ਜੋ ਅੱਜ ਕੱਲ ਹਰਿਦੁਆਰ ਦਾ ਹਿੱਸਾ ਹੀ ਬਣ ਚੁੱਕਾ ਹੈ, ਉਹਦੇ ਵਿੱਚ ਇੱਕ ਵੱਡੀ ਥਾਂ ਲੈ ਕੇ ਇਹਨਾਂ ਨੇ ਆਪਣਾ ਡੇਰਾ ਨਿਰਮਲ ਜਿਹੜਾ ਪੰਚਾਇਤੀ ਅਖਾੜਾ ਜਾਂ ਇਸ ਤਰ੍ਹਾਂ ਦੇ ਨਾਮ ਥੱਲੇ ਸਥਾਪਿਤ ਕੀਤਾ। ਇੱਕ ਵੱਡਾ ਡੇਰਾ ਮਹਾਰਾਜਾ ਪਟਿਆਲਾ ਦੀ ਮਦਦ ਨਾਲ ਪਟਿਆਲੇ ਵਿੱਚ ਵੀ ਹੋਇਆ। ਇਸੇ ਤਰ੍ਹਾਂ ਹੀ ਫੂਲਕੀਆਂ ਰਿਆਸਤਾਂ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਨੇ ਉਹਨਾਂ ਪਾਸੋਂ ਗ੍ਰਾਂਟਸ ਲੈ ਕੇ ਤੇ ਡੇਰੇ ਬਣਾ ਲਏ ਤੇ ਇਹਨਾਂ ਦੇ ਨਾਲ ਹੀ ਇਹਨਾਂ ਦੇ ਕੋਲ ਰਿਸੋਰਸਿਸ ਵੀ ਬਣਨੇ ਸ਼ੁਰੂ ਹੋ ਗਏ ਤੇ ਹਰਿਦੁਆਰ, ਬਨਾਰਸ, ਪ੍ਰਯਾਗ ਸਾਰੇ ਹਿੰਦੂ ਤੀਰਥਾਂ ਦੇ ਉੱਤੇ ਇਹਨਾਂ ਨੇ ਆਪਣੇ ਡੇਰੇ ਬਣਾਏ ਹੋਏ ਹਨ। ਵੈਸੇ ਹਿੰਦੂ ਨਿਰਮਲ ਸੰਪਰਦਾ ਨੂੰ ਇਹ ਆਪਣਾ ਹਿੱਸਾ ਹੀ ਮੰਨਦੇ ਹਨ ਤੇ ਨਿਰਮਲ ਅਖਾੜਾ ਜਿਹੜਾ ਹੈ ਉਹ ਕਾਫੀ ਸਤਿਕਾਰਤ ਅਖਾੜਾ ਹੈ ਹਿੰਦੂਆਂ ਦੇ ਵਿੱਚ, ਜਿਹਦੀ ਇੱਕ ਐਗਜ਼ਾਮਪਲ ਇਹ ਹੈ ਕਿ ਜਦੋਂ ਕੁੰਭ ਦਾ ਮੇਲਾ ਹੁੰਦਾ ਹੈ ਤੇ ਸ਼ਾਹੀ ਇਸ਼ਨਾਨ ਹੁੰਦਾ ਹੈ ਤੇ 14 ਅਖਾੜਿਆਂ ਨੂੰ ਪਹਿਲਾਂ ਸਭ ਤੋਂ ਇਸ਼ਨਾਨ ਕਰਨ ਦਾ ਅਧਿਕਾਰ ਦਿੱਤਾ ਜਾਂਦਾ ਹੈ ਤੇ 14ਵਾਂ ਅਖਾੜਾ ਜਿਹੜਾ ਉਹ ਨਿਰਮਲ ਅਖਾੜਾ, ਤੋਂ ਇਹਨਾਂ ਨੂੰ ਉਹਦੇ ਵਿੱਚ ਪ੍ਰਮੁੱਖਤਾ ਦਿੱਤੀ ਜਾਂਦੀ ਹੈ, ਕਾਫੀ ਸਤਿਕਾਰ ਦਿੱਤਾ ਜਾਂਦਾ ਹੈ। ਤੋ ਇਹ ਜੋ ਮੈਂ ਸਾਰੀ ਕਥਾ ਹੁਣ ਤੱਕ ਜੋ ਮੈਂ ਆਪ ਨੂੰ ਸੁਣਾਈ ਹੈ, ਇਹ ਸਾਰੀ ਕਥਾ ਮੈਂ ਲਈ ਹੈ ਪੰਜਾਬੀ ਯੂਨੀਵਰਸਿਟੀ ਦੁਆਰਾ ਪ੍ਰਕਾਸ਼ਿਤ ਐਨਸਾਈਕਲੋਪੀਡੀਆ ਆਫ ਸਿੱਖਿਜ਼ਮ ਵਿੱਚੋਂ। ਤੋ ਇਹਦੇ ਵਿੱਚ ਵੀ ਉਹਨਾਂ ਨੇ ਜਿਹੜੇ ਲੇਖਕ ਹਨ ਉਹਨਾਂ ਨੇ 3 ਸਰੋਤ ਦਿੱਤੇ ਹਨ ਇਸ ਸਾਰੀ ਕਥਾ।
ਇੱਕ ਤਾਂ ਹੈ ਕਿ ਗਿਆਨੀ ਗਿਆਨ ਸਿੰਘ ਜੀ ਦਾ ਰਚਿਆ ਹੋਇਆ ਸ੍ਰੀ ਗੁਰਪੰਥ ਪ੍ਰਕਾਸ਼, ਦੂਜਾ ਮਹੰਤ ਹਰੀ ਸਿੰਘ ਦਾ ਨਿਰਮਲ ਪੰਥ ਦਾ ਸੰਖੇਪ ਇਤਿਹਾਸ, ਤੇ ਮਹੰਤ ਦਿਆਲ ਸਿੰਘ ਦਾ ਨਿਰਮਲ ਪੰਥ ਦਰਸ਼ਨ। ਤੋ ਇਹ ਤਿੰਨੇ ਪੁਸਤਕਾਂ ਜਿਨ੍ਹਾਂ ਦੇ ਆਧਾਰ ਉੱਤੇ ਸਾਰੀ ਕਥਾ ਜਿਹੜੀ ਹੈ ਉਹ ਸਾਨੂੰ ਸੁਣਾਈ ਜਾਂਦੀ ਹੈ ਜਾਂ ਲਿਖੀ ਜਾਂਦੀ ਹੈ ਵੱਖ-ਵੱਖ ਕਿਤਾਬਾਂ ਦੇ ਵਿੱਚ, ਇਹ ਸਾਰੀ ਹੀ ਨਿਰਮਲਿਆਂ ਦੇ ਆਪਣੀ ਦੱਸੀ ਹੋਈ ਹੈ, ਉਹਨਾਂ ਦੇ ਗ੍ਰੰਥਾਂ ਵਿੱਚੋਂ ਹੀ ਸਾਨੂੰ ਮਿਲਦੀ ਹੈ। ਇਹਦਾ ਹੋਰ ਕੋਈ ਇੰਡੀਪੈਂਡੈਂਟ ਜਿਹੜਾ ਇਤਿਹਾਸਕ ਸਰੋਤ ਸਾਡੇ ਕੋਲ ਨਹੀਂ ਹੈ। ਤੋ ਇਹ ਜਿਹੜੀ ਕਥਾ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਇਹਨਾਂ ਦਾ ਸੰਬੰਧ ਜੋੜਦੀ ਹੈ, ਉਹਦੀ ਸਾਨੂੰ ਗਵਾਹੀ ਕਿਸੇ ਹੋਰ ਇਤਿਹਾਸਕ ਸਰੋਤ ਚੋਂ ਨਹੀਂ ਮਿਲਦੀ। ਇਹ ਇਹਨਾਂ ਦੀ ਆਪਣੀ ਹੀ ਪ੍ਰਚਾਰੀ ਹੋਈ ਕਥਾ ਹੈ। ਤੋ ਇਤਿਹਾਸ ਦੇ ਵਿੱਚ ਜੇ ਦੇਖੀਏ, ਬਾਕੀ ਇਤਿਹਾਸ ਦੇ ਜਿਹੜੇ ਸਰੋਤ ਹਨ ਜਾਂ ਹੋਰ ਥਾਵਾਂ ਦੇ ਉੱਤੇ ਇਹਨਾਂ ਦਾ ਜ਼ਿਕਰ 1850 ਤੋਂ ਬਾਅਦ ਸਾਨੂੰ ਮਿਲਣਾ ਸ਼ੁਰੂ ਹੋ ਜਾਂਦਾ, ਜਦੋਂ ਸਿੱਖਾਂ ਦੀ ਚੜ੍ਹਤ ਹੋਣੀ ਸ਼ੁਰੂ ਹੋਈ। ਉਦੋਂ ਹੀ ਜਾਪਦਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਹਿੰਦੂ ਵਿਦਿਆ ਕੇਂਦਰਾਂ ਤੋਂ ਪੰਜਾਬ ਦੇ ਵਿੱਚ ਆ ਗਏ। ਇਹਨਾਂ ਨੇ ਫਿਰ ਸਿੱਖੀ ਦੇ ਇੰਟਰਪ੍ਰੀਟੇਸ਼ਨ ਦਾ, ਸਿੱਖੀ ਇਤਿਹਾਸ ਦੇ ਲਿਖਣ ਦਾ, ਸਿੱਖੀ ਫਿਲਾਸਫੀ ਦੇ ਉੱਤੇ ਇਹਨਾਂ ਨੇ ਕਾਫੀ ਕੰਮ ਕੀਤਾ, ਜੋ ਕਿ ਮੁੱਖ ਤੌਰ ਦੇ ਉੱਤੇ ਵਿਦਾਂਤ ਦੀ ਸੋਚ ਉੱਤੇ ਆਧਾਰਿਤ ਸੀ। ਇਹਨਾਂ ਚੋਂ ਬਹੁਤ ਸਾਰੇ ਵਿਦਵਾਨ ਬੜੇ ਮਸ਼ਹੂਰ ਵੀ ਹੋਏ, ਜਿਨ੍ਹਾਂ ਚੋਂ ਕੁਝ ਦੇ ਨਾਮ ਨੇ ਪੰਡਿਤ ਗੁਲਾਬ ਸਿੰਘ, ਪੰਡਿਤ ਤਾਰਾ ਸਿੰਘ ਨਰੋਤਮ, ਸੰਤ ਨਿਹਾਲ ਸਿੰਘ, ਗਿਆਨੀ ਗਿਆਨ ਸਿੰਘ, ਪੰਡਿਤ ਨਾਨੂ ਸਿੰਘ, ਮਹੰਤ ਗਣੇਸ਼ਾ ਸਿੰਘ, ਪੰਡਿਤ ਨਰਾਇਣ ਸਿੰਘ, ਤੇ ਹੋਰ ਵੀ ਅਨੇਕਾਂ ਨੇ। ਮੈਂ ਕੁਝ ਕੁ ਦੇ ਨਾਮ ਆਪ ਜੀ ਨੂੰ ਦੱਸੇ ਹਨ। ਇਹਨਾਂ ਦੀਆਂ ਕੁਝ ਕੁ ਪੁਸਤਕਾਂ ਦੇ ਬਾਰੇ ਤਾਂ ਅਸੀਂ ਜਾਣਦੇ ਹਾਂ, ਪਰ ਬਹੁਤ ਸਾਰੇ ਹੋਰ ਗ੍ਰੰਥ ਇਹਨਾਂ ਨੇ ਲਿਖੇ ਜਿਹੜੇ ਕਿ ਹਾਲੇ ਤੱਕ ਪ੍ਰਕਾਸ਼ਿਤ ਨਹੀਂ, ਪਰ ਇਹਨਾਂ ਦੇ ਡੇਰਿਆਂ ਦੇ ਵਿੱਚੋਂ ਵਰਤੇ ਜਾ ਰਹੇ ਹਨ। ਹੱਥ ਲਿਖਤ ਸਰੂਪ ਦੇ ਵਿੱਚ ਅੱਗੋਂ ਆ ਰਹੇ ਜਿਹੜੇ ਇਹਨਾਂ ਦੇ ਨਿਰਮਲੇ ਸਾਧੂ ਹਨ, ਉਹਨਾਂ ਦੀ ਵਿਦਿਆ ਦੇ ਵਾਸਤੇ ਉਹ ਵਰਤੇ ਜਾਂਦੇ ਹਨ, ਔਰ ਅੱਜ ਵੀ ਵਰਤੇ ਜਾਂਦੇ ਹਨ। ਮਹਾਕਵੀ ਸੰਤੋਖ ਸਿੰਘ ਵੀ ਜਿਹੜੇ ਨਿਰਮਲਾ ਲਹਿਰ ਦੇ ਵਿੱਚੋਂ ਹੀ ਸਨ। ਤੇ ਜਦੋਂ ਆਪਾਂ ਇਹ ਕਹਿ ਲਈਏ ਸਨ 1750 ਜਾਂ 60 ਤੋਂ ਲੈ ਕੇ ਜਦੋਂ ਤੱਕ ਸਿੰਘ ਸਭਾ ਲਹਿਰ ਦਾ ਆਗਮਨ ਹੋਇਆ, ਉਦੋਂ ਤੱਕ ਦਾ ਸਮਾਂ ਇਹਨਾਂ ਦਾ ਸੁਨਹਿਰੀ ਸਮਾਂ ਸੀ, ਤੇ ਪੂਰੀ ਚੜ੍ਹਤ ਇਹਨਾਂ ਦੀ ਮੱਚੀ ਹੋਈ ਸੀ। ਤੋ ਇਹਨਾਂ ਦੇ ਬਾਰੇ ਡਾਕਟਰ ਰਤਨ ਸਿੰਘ ਜੱਗੀ ਨੇ ਜੋ ਆਪਣੇ ਕੋਸ਼ ਦੇ ਵਿੱਚ ਲਿਖਿਆ ਹੈ ਕਿ ਇਹਨਾਂ ਦਾ ਪਹਿਰਾਵਾ 3 ਤਰ੍ਹਾਂ ਦਾ ਹੁੰਦਾ ਹੈ, ਔਰ ਇਹਨਾਂ ਲਈ ਅੰਮ੍ਰਿਤ ਛਕਣ ਤੋਂ ਛੋਟ ਹੈ। ਇਹ ਅੰਮ੍ਰਿਤ ਨਹੀਂ ਛਕਦੇ, ਆਮ ਤੌਰ ਦੇ ਉੱਤੇ ਅੰਮ੍ਰਿਤ ਧਾਰੀ ਨਹੀਂ ਹੁੰਦੇ। ਪਹਿਲੇ ਉਹ ਹਨ ਜੋ ਭਗਵੇਂ ਬਸਤਰ ਧਾਰਨ ਕਰਦੇ ਹਨ ਤੇ ਲੰਗੋਟੀ ਗਾਤੀ ਆਦਿਕ ਪਹਿਨਦੇ ਹਨ। ਦੂਜੇ ਉਹ ਹਨ ਜਿਹੜੇ ਚਿੱਟੇ ਬਸਤਰ ਤੇ ਭਗਵੀਂ ਪਗੜੀ ਧਾਰਨ ਕਰਦੇ ਹਨ, ਤੇ ਤੀਜੇ ਚਿੱਟੇ ਬਸਤਰ ਧਾਰਨ ਕਰਦੇ ਹਨ, ਤੇ ਉਹਨਾਂ ਦਾ ਪਹਿਰਾਵਾ ਆਮ ਤੌਰ ਤੇ ਸਾਡੇ ਗ੍ਰਸਤੀ ਸਿੱਖਾਂ ਦੇ ਨਾਲ ਥੋੜਾ ਮਿਲਦਾ ਹੁੰਦਾ ਹੈ। ਪੱਗ ਦਾ ਸਟਾਈਲ ਤੇ ਇਹ ਚੀਜ਼ਾਂ ਉਹਨਾਂ ਦੀਆਂ ਸਾਡੇ ਨਾਲ ਮਿਲਦੀਆਂ ਹੁੰਦੀਆਂ। ਜਿਹੜੇ ਡੇਰੇ ਵਿੱਚ ਰਹਿੰਦੇ ਹਨ, ਉਹਦਾ ਮੁਖੀ ਹੀ ਡੇਰੇ ਵਿੱਚ ਰਹਿੰਦੇ ਸਾਰੇ ਚੇਲਿਆਂ ਦਾ ਗੁਰੂ ਅਖਵਾਉਂਦਾ ਹੈ। ਤੋ ਇਹਨਾਂ ਵਿੱਚ ਗੁਰੂ ਦੀ ਪ੍ਰਥਾ ਆਪਣੇ ਤੌਰ ਦੇ ਉੱਤੇ ਚੱਲਦੀ ਹੈ, ਔਰ ਉਹ ਸਾਰੇ ਜਿਹੜੇ ਚੇਲੇ ਹੁੰਦੇ ਹਨ ਉਹ ਗੁਰਭਾਈ ਅਖਵਾਉਂਦੇ ਹਨ। ਤੇ ਜਿਉਂ-ਜਿਉਂ ਇਹਨਾਂ ਦੇ ਗੁਰੂ ਪ੍ਰਸਿੱਧ ਹੁੰਦੇ ਗਏ, ਤਿਉਂ-ਤਿਉਂ ਉਹਨਾਂ ਦੇ ਨਾਲ ਸੰਬੰਧ ਹੋ ਕੇ ਜਿਉਂ-ਜਿਉਂ ਉਹਨਾਂ ਦੀ ਮਾਨਤਾ ਵੱਧਦੀ ਗਈ, ਇਹਨਾਂ ਦੇ ਆਪਣੇ ਕਈ ਫਿਰਕੇ ਵੀ ਬਣ ਗਏ। ਪਰ ਜਿਹੜਾ ਨਿਰਮਲ ਪੰਚਾਇਤੀ ਅਖਾੜਾ ਫੂਲਕੀਆਂ ਰਿਆਸਤਾਂ ਦੇ ਵੱਡੇ ਡੇਰਿਆਂ ਨੂੰ ਕੰਟਰੋਲ ਕਰਦਾ ਹੈ, ਉਹ ਮਹਾਰਾਜਾ ਪਟਿਆਲਾ ਨੇ ਉਹਦਾ ਇੱਕ ਵਿਧਾਨ ਬਣਾਇਆ ਸੀ, ਜਿਹੜੀਆਂ 30 ਮੱਦਾਂ ਹਨ, ਜਿਹਦੇ ਵਿੱਚ ਪ੍ਰਬੰਧਕੀ ਚੀਜ਼ਾਂ ਦੇ ਬਾਰੇ ਉੱਥੇ ਸਾਰਿਆਂ ਨੂੰ ਉਹਦੇ ਮੁਤਾਬਕ ਚੱਲਣ ਲਈ ਕਿਹਾ ਗਿਆ ਸੀ। ਉਹੀ ਸਾਰੇ ਡੇਰਿਆਂ ਦੇ ਉੱਤੇ ਲਾਗੂ ਹੁੰਦਾ ਹੈ। ਤੇ ਜਿਹੜੇ ਨਿਰਮਲ ਪੰਚਾਇਤੀ ਅਖਾੜਾ ਇਹਨਾਂ ਦਾ ਕਨਖਲ ਦੇ ਵਿੱਚ ਜਿਹੜਾ ਹੈੱਡਕੁਆਟਰ ਗਿਣਿਆ ਜਾਂਦਾ, ਉੱਥੋਂ ਹੀ ਇਹਨਾਂ ਸਾਰਿਆਂ ਨੂੰ ਕੰਟਰੋਲ ਕੀਤਾ ਜਾਂਦਾ ਹੈ। ਤੇ ਜਿੰਨੇ ਕੌਮ ਵਾਦਕ ਹੁੰਦੇ ਹਨ, ਉੱਥੇ ਵੀ ਨਿਰਮਲ ਪੰਚਾਇਤੀ ਅਖਾੜੇ ਦੀ ਸੁਪਰਵਿਜ਼ਨ ਦੇ ਵਿੱਚ ਹੀ ਜਾ ਕੇ ਉੱਥੇ ਹਿੱਸਾ ਲੈਂਦੇ ਹਨ। ਤੋ ਇਹ ਸੰਖੇਪ ਦੇ ਵਿੱਚ ਇਹਨਾਂ ਦਾ ਇਤਿਹਾਸ ਹੈ। ਇਹਨਾਂ ਦੇ ਕਹਿਣ ਦੇ ਮੁਤਾਬਕ ਤਾਂ ਇਹਨਾਂ ਨੂੰ ਜੋ ਭੇਜਿਆ ਗਿਆ ਸੀ, ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਭੇਜਿਆ ਗਿਆ ਸੀ, ਪਰ ਵੈਸੇ ਗੁਰਬਾਣੀ ਦੀਆਂ ਪੰਕਤੀਆਂ ਦੇ ਵਿੱਚ ਜਿੱਥੇ ਨਿਰਮਲ ਆਉਂਦਾ ਹੈ, ਜਾਂ ਭਾਈ ਗੁਰਦਾਸ ਜੀ ਨੇ ਜਿਵੇਂ ਲਿਖਿਆ ਨਾਨਕ ਨਿਰਮਲ ਪੰਥ ਚਲਾਇਆ, ਇਹਨਾਂ ਵਿੱਚੋਂ ਕਈ ਲੋਕ ਤਾਂ ਇਹ ਵੀ ਕਲੇਮ ਕਰਦੇ ਹਨ ਕਿ ਇਹ ਜਿਹੜਾ ਨਿਰਮਲ ਪੰਥ ਲਿਖਿਆ ਉਹ ਸਾਡੇ ਨਿਰਮਲ ਪੰਥ ਬਾਰੇ ਹੀ ਲਿਖਿਆ ਸੀ। ਹਾਲਾਂਕਿ ਇਹਨਾਂ ਦੇ ਆਪਣੇ ਕਹਿਣ ਦੇ ਮੁਤਾਬਕ ਗੁਰੂ ਨਾਨਕ ਸਾਹਿਬ ਤੋਂ ਕਈ ਸੌ ਸਾਲ ਬਾਅਦ 1686 ਦੇ ਵਿੱਚ ਉੱਥੇ ਗਏ, ਤੇ ਉਸ ਤੋਂ ਬਾਅਦ ਇਹਨਾਂ ਦਾ ਪੰਥ ਬਣਨਾ ਸ਼ੁਰੂ ਹੋਇਆ। ਤੋ ਉਸ ਵੇਲੇ ਤਾਂ ਇਹਨਾਂ ਦੇ ਪੰਥ ਦੀ ਗੱਲ ਇਹ ਕੀਤੀ ਨਹੀਂ ਜਾ ਸਕਦੀ, ਪਰ ਇਹ ਆਪਣਾ ਇਹ ਕਲੇਮ ਕਰਦੇ ਹਨ ਕਿ ਸਾਡੇ ਨਿਰਮਲ ਪੰਥ ਦੇ ਪਹਿਲੇ ਫਾਊਂਡਰ ਗੁਰੂ ਨਾਨਕ ਸਾਹਿਬ ਹੀ ਸਨ। ਹਾਲਾਂਕਿ ਜਿਹੜਾ ਗੁਰੂ ਨਾਨਕ ਸਾਹਿਬ ਨੇ ਉਹ ਜਿਹੜੀ ਪੰਕਤੀ ਲਿਖੀ ਹੈ, ਉਹ ਤੇ ਸਿੱਖ ਧਰਮ ਜਿਹੜਾ ਨਿਰਮਲ ਪੰਥ ਸਤਿਗੁਰੂ ਜੀ ਨੇ ਦੋਹਾਂ ਬਾਕੀ ਹੋਰ ਧਰਮਾਂ ਤੋਂ ਨਿਰਲੇਪ ਜਿਹੜਾ ਧਰਮ ਚਲਾਇਆ ਸੀ, ਉਸ ਪੰਥ ਦੀ ਗੱਲ ਕੀਤੀ ਆ। ਪਰ ਇਹ ਗੱਲ ਉਸ ਨੂੰ ਵੀ ਆਪਣੇ ਤੇ ਟੁਕਾ ਲੈਂਦੇ ਹਨ। ਤੋਂ ਜੇ ਉਹਨਾਂ ਦੀ ਇਸ ਗੱਲ ਤੇ ਮੰਨੀਏ ਤਾਂ ਫਿਰ ਜਿਵੇਂ ਸਵਾਲ ਸੀ ਕਿ ਕਿੰਨੇ ਸ਼ੁਰੂ ਕੀਤਾ, ਫਿਰ ਤਾਂ ਇਹ ਤਾਂ ਕਹਿੰਦੇ ਹਨ ਕਿ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤਾ, ਜਾਂ ਘੱਟ ਤੋਂ ਘੱਟ ਗੁਰੂ ਗੋਬਿੰਦ ਸਿੰਘ ਸਾਹਿਬ ਬਾਰੇ ਤਾਂ ਕਲੇਮ ਕਰਦੇ ਹੀ ਹਨ, ਭਾਵੇਂ ਇਹਦੇ ਕੋਈ ਹੋਰ ਸਾਡੇ ਕੋਲ ਇਹਨਾਂ ਦੇ ਕਹਿਣ ਤੋਂ ਇਲਾਵਾ ਹੋਰ ਕੋਈ ਵੀ ਇਤਿਹਾਸਕ ਸਬੂਤ ਸਾਡੇ ਕੋਲ ਨਹੀਂ ਹਨ।
ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਪ੍ਰਭ ਕੀਰਤਨ ਸਿੰਘ ਜੀ। ਆਪ ਜੀ ਨੇ ਪੂਰੀ ਰਿਸਰਚ ਕਰਕੇ ਬੈਕਗ੍ਰਾਉਂਡ ਨਾਲ ਇਹ ਇਨਫੋਰਮੇਸ਼ਨ ਨਿਰਮਲਿਆਂ ਦੇ ਬਾਰੇ ਆਪ ਜੀ ਨੇ ਸਾਂਝੀ ਕੀਤੀ ਹੈ। ਔਰ ਨਿਰਮਲੇ ਭਾਵੇਂ ਜਿਸ ਤਰੀਕੇ ਨਾਲ ਵੀ ਹੈ, ਲੇਕਿਨ ਉਹਨਾਂ ਨੇ ਜੋ ਕੁਝ ਇਤਿਹਾਸ ਰਚਿਆ ਹੈ, ਉਹ ਇਤਿਹਾਸ ਜਿਹੜਾ ਹੈ ਉਹ ਸਾਡੇ ਕੋਲ ਮਤਲਬ ਸਰੋਤ ਦੇ ਹਿਸਾਬ ਨਾਲ ਅਵੇਲੇਬਲ ਹੈ। ਔਰ ਜਿਸ ਦੀ ਪੁਣਛਾਣ ਜਿਹੜੀ ਹੈ ਉਹ ਸਿੱਖ ਮਿਸ਼ਨਰੀ ਕਾਲਜ ਵੱਲੋਂ ਵੀਰ ਬ੍ਰਹਮ ਕੀਰਤਨ ਸਿੰਘ ਜੀ ਉਸ ਨੂੰ ਕਰ ਰਹੇ ਹਨ। ਉਹ ਕਈ ਗ੍ਰੰਥ ਜਿਹੜੇ ਲਿਖੇ ਹੋਏ ਹਨ ਉਹਨਾਂ ਦੀ ਪੜਚੋਲ ਹੋ ਵੀ ਗਈ ਹੈ ਔਰ ਅੱਗੋਂ ਵੀ ਹੁੰਦੀ ਰਹੇਗੀ। ਤੋ ਇਹ ਜਿਸ ਤਰੀਕੇ ਨਾਲ ਅਸੀਂ ਨਿਰਮਲਿਆਂ ਨੂੰ ਦੇਖਿਆ ਹੈਗਾ, ਇਹਨੇ ਬਿਲਕੁਲ ਹੀ ਮਤਲਬ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਿੱਖ ਮਤ ਦੇ ਜੋ ਧਾਰਨੀ ਹਨ ਪੂਰੇ ਤਰੀਕੇ ਦੇ ਉੱਪਰ, ਲੇਕਿਨ ਇਹ ਆਪਣੇ ਆਪ ਨੂੰ ਸਿੱਖਾਂ ਨਾਲ ਵੀ ਜੋੜਦੇ ਹਨ ਤੇ ਹਿੰਦੂ ਸਨਾਤਨੀਆਂ ਨਾਲ ਵੀ ਜੋੜਦੇ ਹਨ। ਤੋ ਇਹਨਾਂ ਦੀ ਵੇਸ਼ਭੂਸ਼ਾ ਔਰ ਇਹਨਾਂ ਦੇ ਜਿਹੜੇ ਰਚਨਾਵਾਂ ਹਨ ਉਹਨਾਂ ਦੇ ਵਿੱਚ ਕੁਝ ਮਿਲਗੋਬਾ ਜਿਹੜੇ ਵਿਚਾਰ ਜਿਹੜੇ ਹਨ ਉਹ ਮਿਲਦੇ ਹਨ। ਤੋ ਜਿਨ੍ਹਾਂ ਵੀਰਾਂ ਨੇ ਸਵਾਲ ਪੁੱਛਿਆ ਸੀ, ਆਸ ਹੈ ਕਿ ਉਹਨਾਂ ਨੂੰ ਇਸ ਦਾ ਜਵਾਬ ਮਿਲ ਗਿਆ ਹੋਵੇਗਾ ਕਿ ਨਿਰਮਲਿਆਂ ਦੀ ਸਥਾਪਨਾ ਕਿਸ ਨੇ ਕੀਤੀ। ਤੇ ਮੈਂ ਇੱਕ ਵਾਰੀ ਫਿਰ ਵੀਰ ਕੀਰਤਨ ਸਿੰਘ ਜੀ ਦਾ ਧੰਨਵਾਦ ਕਰਦਾ। ਤੋ ਅਗਲਾ ਸਵਾਲ ਜਿਹੜਾ ਹੈ ਉਹ ਸਰਦਾਰ ਇੰਦਰਵੀਰ ਸਿੰਘ ਜੀ ਬਾਰੇ ਹੈ। ਉਹ ਜਵਾਬ ਦੇਣਗੇ ਕਿ ਨਾਨਕ ਨੀਵਾ ਜੋ ਚੱਲਾ ਹੈ ਲਗੈ ਨਾ ਤਾਤੀ ਵਾਓ। ਇਹ ਜੋ ਪੰਕਤੀ ਹੈ ਆਮ ਤੌਰ ਦੇ ਉੱਪਰ ਜਿਹਦੇ ਨਾਲ ਨਾਨਕ ਪਦ ਹੋਵੇ ਉਸ ਨੂੰ ਆਮ ਸੰਗਤਾਂ ਇਹ ਸਮਝਦੀਆਂ ਹਨ ਕਿ ਇਹ ਗੁਰੂ ਨਾਨਕ ਪਾਤਸ਼ਾਹ ਦੇ ਹੀ ਜੋ ਰਚੀਆਂ ਹੋਈਆਂ ਹਨ। ਜਿੱਥੇ ਨਾਨਕ ਪਦ ਹੈ ਉਹ ਜਾਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਹੈ ਤੇ ਜਾਂ ਜਿਹੜੇ ਹੋਰ ਜਿਹੜੇ ਗੁਰੂ ਸਾਹਿਬਾਨ ਹਨ, ਦੂਜੇ ਤੀਜੇ ਚੌਥੇ ਪੰਜਵੇਂ ਔਰ ਨੌਵੇਂ ਪਾਤਸ਼ਾਹ, ਉਹਨਾਂ ਦੇ ਵੱਲੋਂ ਰਚੀ ਹੋਈ ਬਾਣੀ ਹੈ। ਲੇਕਿਨ ਅਸਲ ਦੇ ਵਿੱਚ ਇਹ ਪੰਕਤੀਆਂ ਜਿਹੜੀਆਂ ਉਹਨੂੰ ਕੌਣ ਰਚਨਹਾਰ ਹਨ, ਉਹਨਾਂ ਦੀ ਕੀ ਇੰਟੈਂਸ਼ਨ ਕੀ ਸੀਗੀ, ਉਹ ਕੀ ਚਾਹੁੰਦੇ ਸਨ ਵੀ ਇਸ ਤਰ੍ਹਾਂ ਨਾਨਕ ਨਾਮ ਵਰਤ ਕਰਕੇ, ਜਿਨ੍ਹਾਂ ਦੇ ਵਿੱਚੋਂ ਮੋਸਟਲੀ ਜਿਹੜੀ ਮਿਹਰਬਾਨ ਜਿਹੜੇ ਹਨ ਔਰ ਉਹਨਾਂ ਦਾ ਜ਼ਿਕਰ ਆਉਂਦਾ ਹੈ ਕਿ ਉਹ ਕਾਫੀ ਪੜ੍ਹੇ ਲਿਖੇ ਸਨ, ਫਾਰਸੀ ਸੰਸਕ੍ਰਿਤ ਵਗੈਰਾ ਦੇ ਵਿਦਵਾਨ ਸਨ, ਤੇ ਉਹ ਇਹੋ ਜਿਹੀ ਰਚਨਾ ਰਚ ਕੇ ਤੇ ਆਪਣੇ ਆਪ ਨੂੰ ਕੁਝ ਮਤਲਬ ਹੈ ਕਿ ਗੁਰੂ ਦੇ ਪਦ ਦੇ ਨਾਲ ਆਪਣੇ ਆਪ ਨੂੰ ਜਿਹੜਾ ਹੈ ਉਹ ਸੋਭਨੀਕ ਕਰਨਾ ਚਾਹੁੰਦੇ ਸਨ। ਤੋਂ ਮੈਂ ਜ਼ਿਆਦਾ ਡਿਟੇਲ ਜਿਹੜੀ ਹੈ ਉਹ ਵੀਰ ਇੰਦਰਵੀਰ ਸਿੰਘ ਜੀ ਆਪ ਜੀ ਨਾਲ ਸਾਂਝਾ ਕਰਨਗੇ। ਤਾਂ ਵੀਰ ਇੰਦਰਵੀਰ ਸਿੰਘ ਜੀ ਆਪ ਜੀ ਇਸ ਸਵਾਲ ਦਾ ਜਵਾਬ ਦੇਣ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕੀ ਫਤਿਹ। ਜਿਸ ਤਰ੍ਹਾਂ ਆਪ ਜੀਆਂ ਨੇ ਵੀਰ ਤੇਜਿੰਦਰ ਸਿੰਘ ਜੀ ਪਾਸੋਂ ਸਵਾਲ ਜਿਹੜਾ ਸਰਵਣ ਕੀਤਾ ਹੈ ਕਿ ਨਾਨਕ ਨੀਵਾਂ ਜੋ ਚਲੈ ਲਗੇ ਨਾ ਤਤੀ ਵਾਓ, ਕੀ ਇਹ ਗੁਰਬਾਣੀ ਦੀ ਤੁਕ ਹੈ। ਤਾਂ ਸੰਗਤ ਜੀ ਜੇ ਇੱਕ ਲਾਈਨ ਵਿੱਚ ਕੋਈ ਇਸਦਾ ਜਵਾਬ ਮੰਗੇ ਤਾਂ ਉਹ ਸਪਸ਼ਟ ਤੌਰ ਤੇ ਅਸੀਂ ਇਹੀ ਦੇਣਾ ਚਾਹਾਂਗੇ ਕਿ ਗੁਰਬਾਣੀ ਦੀ ਤੁਕ ਨਹੀਂ। ਪਰੰਤੂ ਜਾਣੇ ਅਣਜਾਣੇ ਵਿੱਚ ਦੇਖਿਆ ਜਾਂਦਾ ਕਿ ਸਿੱਖ ਸੰਗਤਾਂ ਵਿੱਚ ਜਿਸ ਤਰੀਕੇ ਨਾਲ ਇਹੋ ਜਿਹੀਆਂ ਰਚਨਾਵਾਂ, ਕੱਚੀਆਂ ਧਾਰਨਾਵਾਂ ਨੂੰ ਵੱਧ ਚੜ ਕੇ ਵਰਤਣ ਤੇ ਪ੍ਰਚਾਰਨ ਦਾ ਰੁਝਾਨ ਵੱਧ ਰਿਹਾ ਹੈ ਜਾਂ ਦੇਖਿਆ ਜਾ ਰਿਹਾ ਹੈ, ਉਹ ਜ਼ਰੂਰ ਇੱਕ ਸੋਚ, ਇੱਕ ਚਿੰਤਾ ਪੈਦਾ ਕਰਦਾ ਹੈ, ਜਿਸ ਨੂੰ ਵਿਚਾਰਨਾ ਬੜਾ ਜ਼ਰੂਰੀ ਹੋ ਜਾਂਦਾ ਹੈ। ਬਹੁਤ ਥਾਈਂ ਤਾਂ ਸੰਗਤਾਂ ਅਗਿਆਨਤਾ ਵਸ ਇਸ ਨੂੰ ਗੁਰਬਾਣੀ ਹੀ ਸਮਝ ਕੇ ਵਰਤ ਲੈਂਦੀਆਂ ਹਨ, ਜਿਸ ਦਾ ਮੁੱਖ ਕਾਰਨ ਇਹ ਹੈ ਕਿ ਇਹਨਾਂ ਰਚਨਾਵਾਂ ਦੇ ਵਿੱਚ ਨਾਨਕ ਪਦ ਦੀ ਵਰਤੋਂ ਕੀਤੀ ਗਈ ਹੈ, ਜਾਂ ਇਹ ਕਹਿ ਸਕੀਏ ਕਿ ਇਹਨਾਂ ਨੂੰ ਨਾਨਕ ਛਾਪ ਹੇਠ ਇੱਕ ਸਾਜ਼ਿਸ਼ ਦੇ ਤਹਿਤ ਲਿਖਿਆ ਗਿਆ ਹੈ। ਤਾਂ ਜੇਕਰ ਅਸੀਂ ਸੱਚ ਇਤਿਹਾਸ ਪੜ੍ਹੀਏ ਤਾਂ ਗੁਰੂ ਸਾਹਿਬਾਨ ਦੇ ਸਮੇਂ ਹੀ ਸੱਚ ਨੂੰ ਕੱਚ ਕਰਕੇ ਬਦਲਣ ਜਾਂ ਐਸੀਆਂ ਰਚਨਾਵਾਂ ਜਾਂ ਧਾਰਨਾਵਾਂ ਲਿਖਣ ਦੀ ਕੋਸ਼ਿਸ਼ ਜਿਹੜੀ ਹੈ ਗੁਰੂ ਕਾਲ ਤੋਂ ਹੀ ਲਿਖੀ ਗਈ, ਤਾਂ ਜੋ ਉਹਨਾਂ ਦੀ ਜਿਹੜੀ ਆਪਣੀ ਮਨਸ਼ਾ ਸੀ, ਉਹਨਾਂ ਦੀ ਆਪਣੀ ਸੋਚ ਸੀ, ਜਾਂ ਗੁਰੂ ਘਰ ਵਿਰੋਧੀ ਜਿਹੜੇ ਉਹਨਾਂ ਦੇ ਕੰਮ ਸਨ, ਉਹ ਉਹਨਾਂ ਦਾ ਵੱਧ ਤੋਂ ਵੱਧ ਪ੍ਰਗਟਾਵਾ ਜਿਹੜਾ ਹੈ ਕਰ ਸਕਣ। ਇਸ ਦੀ ਇੱਕ ਮਿਸਾਲ ਸਾਨੂੰ ਇਤਿਹਾਸਕ ਗ੍ਰੰਥ ਜਿਹੜਾ ਬੰਸਾਵਲੀ ਨਾਮਾ ਹੈ, ਉਹਨਾਂ ਦੇ ਲੇਖਕ ਸਰਦਾਰ ਕੇਸਰ ਸਿੰਘ ਛਿੱਬਰ ਦੀ ਹਵਾਲੇ ਨਾਲ ਵੀ ਮਿਲਦਾ ਹੈ ਕਿ ਮਿਹਰਬਾਨ ਪੁੱਤ ਪ੍ਰਿਥੀਏ ਕਾ ਕਵੀਸ਼ਰੀ ਕਰੈ, ਪਾਰਸੀ ਹਿੰਦਵੀ ਸੰਸਕ੍ਰਿਤ ਨਾਲੇ ਗੁਰਮੁਖੀ ਪੜ੍ਹੈ,
ਤਿੰਨ ਪੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਜੀ ਦਾ ਹੀ ਪਾਈ। तो इससे स्पष्ट है कि मेहरबान जो ਪ੍ਰਿਥੀ ਚੰਦ ਦਾ ਪੁੱਤਰ ਸੀ ਤੇ ਗੁਰੂ ਘਰ ਵਿਰੋਧੀ ਹੀ ਸਨ, ਉਹਨਾਂ ਨੇ ਇਸ ਕੱਚੀ ਬਾਣੀ, ਕੱਚੀ ਰਚਨਾਵਾਂ ਦੀ ਜਿਹੜੀ ਲਿਖਣ ਹੈ ਉਸ ਨੂੰ ਸ਼ੁਰੂ ਕੀਤਾ ਤਾਂ ਜੋ ਇੱਕ ਭੁਲੇਖਾ ਆਮ ਸਿੱਖ ਸੰਗਤਾਂ ਦੇ ਵਿੱਚ ਪਾਇਆ ਜਾਵੇ ਤੇ ਗੁਰਬਾਣੀ ਦੇ ਵਿੱਚ ਇੱਕ ਰਲੇ ਦੇ ਤੌਰ ਤੇ ਇਹ ਰਚਨਾਵਾਂ ਜਿਹੜੀਆਂ ਹਨ ਇਹਨਾਂ ਨੂੰ ਸ਼ਾਮਲ ਕਰਤਾ ਜਾਵੇ। ਪਰ ਉਸ ਸਮੇਂ ਗੁਰੂ ਸਾਹਿਬ ਵੀ ਸਨ, ਉਹਨਾਂ ਨੇ ਸੰਗਤਾਂ ਨੂੰ ਇਸ ਬਾਰੇ ਕੁਝ ਯਤਨਾਂ ਦੇ ਬਾਰੇ ਬਿਲਕੁਲ ਸੁਚੇਤ ਵੀ ਕੀਤਾ ਤੇ ਅਸੀਂ ਗੁਰੂ ਸਾਹਿਬ ਦੀ ਜਦ ਉਹਨਾਂ ਨੇ ਬਾਣੀ ਦੀ ਸੰਪਾਦਨਾ ਵੀ ਕੀਤੀ ਤੇ ਸਾਰੀ ਬਾਣੀ ਨੂੰ ਉਹਨਾਂ ਨੇ ਆਦਿ ਵੀਰ ਜਾਂ ਪੋਥੀ ਸਾਹਿਬ ਦੇ ਨਾਂ ਹੇਠ ਜਿਹੜਾ ਹੈ ਇਸ ਨੂੰ ਤਿਆਰ ਕੀਤਾ ਤੇ ਇਹਨਾਂ ਦਾ ਬਾਜ਼ਾਬਤਾ ਪ੍ਰਕਾਸ਼ ਵੀ ਉਸ ਵਕਤ ਤੋਂ ਹੀ ਸ਼ੁਰੂ ਹੋ ਚੁੱਕਿਆ। ਉਹ ਦੇਖਿਆ ਜਾਵੇ ਤਾਂ ਫਿਰ ਕਿਸੇ ਦੀ ਵੀ ਸੰਭਾਵਨਾ ਜਿਹੜੀ ਸੀ ਬਾਣੀ ਦੇ ਵਿੱਚ ਰੱਲਾ ਪਾਉਣ ਦੀ ਜਿਹੜੀ ਨਹੀਂ ਸੀ ਰਹੀ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਜਦ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਰਾਈ ਤਾਂ ਉਹਨਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਬਖਸ਼ ਕੇ ਤੋਂ ਕਿਸੇ ਪ੍ਰਕਾਰ ਦੇ ਰੱਲੇ ਜਿਹੜੇ ਹਨ ਇਹ ਬਾਣੀ ਤੱਕ ਨਾ ਪੁੱਜਣ ਦਾ ਪੂਰਾ ਜਿਹੜਾ ਇਹ ਕਾਰਜ ਸੀ ਇਹ ਗੁਰੂ ਸਾਹਿਬਾਨ ਨੇ ਆਪ ਕੀਤਾ। ਤੇ ਹੁਣ ਜਿਹੜੇ ਇਹ ਰੱਲੇ ਕੀਤੇ ਗਏ ਹਨ, ਲਿਖੇ ਗਏ ਹਨ ਤੇ ਸੰਗਤਾਂ ਦੇ ਵਿੱਚ ਤਕਰੀਬਨ ਬਹੁਤ ਫੈਲ ਗਈਆਂ ਨੇ ਇਹ ਚੀਜ਼ਾਂ ਜਿਹੜੀਆਂ ਕੱਚੀਆਂ ਧਾਰਨਾਵਾਂ ਨੇ। ਇਹਨਾਂ ਦੀ ਸੋਝੀ ਜਿਹੜੀ ਹੈ ਹਰ ਸਿੱਖ ਨੂੰ ਉਹ ਗੁਰਬਾਣੀ ਤੋਂ ਹੀ ਲੈਣੀ ਹੈ, ਕਿਉਂਕਿ ਗੁਰਬਾਣੀ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗ੍ਰੰਥ ਸਾਹਿਬ ਜੀ ਦੀ 23ਵੀਂ ਤੇ 24ਵੀਂ ਪੌੜੀ ਦੇ ਵਿੱਚ ਬਹੁਤ ਹੀ ਜਿਹੜੀ ਸੁੰਦਰ ਸੇਧ ਹੈ ਸਾਨੂੰ ਬਖਸ਼ੀ ਹੈ। ਕਿ ਗੁਰੂ ਸਾਹਿਬ 23ਵੀਂ ਪੌੜੀ ਵਿੱਚ ਬਚਨ ਕਰਦੇ ਹਨ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੈ, ਹਿਰਦੇ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ, ਕਹੈ ਨਾਨਕ ਸਦਾ ਗਾਓ ਇਹ ਸੱਚੀ ਬਾਣੀ। ਸੋ ਇੱਥੇ ਗੁਰੂ ਸਾਹਿਬ ਨੇ ਬੜੇ ਸੋਹਣੇ ਢੰਗ ਦੇ ਨਾਲ ਸੱਚੀ ਬਾਣੀ ਨੂੰ ਪ੍ਰਗਟਾਇਆ ਹੈ ਤੇ ਇੱਕ ਬਹੁਤ ਹੀ ਸੁੰਦਰ ਢੰਗ ਦੇ ਨਾਲ ਇਹਦੀ ਪਰਿਭਾਸ਼ਾ ਸਾਨੂੰ ਦੱਸੀ ਹੈ। ਤੇ ਇਸ ਦਾ ਭਾਵ ਇਹ ਹੈ ਕਿ ਜਿਨ੍ਹਾਂ ਗੁਰਮੁਖਾਂ ਉਤੇ ਪਰਮਾਤਮਾ ਦੀ ਮਿਹਰ ਦੀ ਨਿਗਾਹ ਹੁੰਦੀ ਹੈ ਉਹ ਪਰਮਾਤਮਾ ਦੀ ਸਿਫਤ ਸਲਾਹ ਵਾਲੀ ਬਾਣੀ ਭਾਵ ਸੱਚੀ ਬਾਣੀ ਆਪਣੇ ਹਿਰਦੇ ਵਿੱਚ ਵਸਾਈ ਰੱਖਦੇ ਹਨ ਤੇ ਗੁਰਬਾਣੀ ਦੇ ਰਾਹੀਂ ਆਤਮਿਕ ਆਨੰਦ ਦੇਣ ਵਾਲਾ ਨਾਮ ਜਲ ਜਿਹੜਾ ਹੈ ਉਹ ਪੀਂਦੇ ਰਹਿੰਦੇ ਹਨ। ਇਸ ਤੋਂ ਬਾਅਦ ਗੁਰੂ ਸਾਹਿਬ ਸਾਨੂੰ ਹੋਰ ਬਖਸ਼ਿਸ਼ ਕਰਦੇ ਹਨ 24ਵੀਂ ਪੌੜੀ ਦੇ ਵਿੱਚ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਨਾ, ਕਿਹਾ ਕਛੂ ਨ ਜਾਣੀ, ਚਿਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ, ਕਹਿ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਹੈ ਬਾਣੀ। ਤੋਂ ਸਪਸ਼ਟ ਨਿਰਣਾ ਜਿਹੜਾ ਸਿੱਖ ਲਈ ਗੁਰੂ ਸਾਹਿਬ ਨੇ ਅਗਵਾਈ ਕੀਤੀ ਹੈ ਕਿ ਗੁਰੂ ਆਸ਼ੇ ਤੋਂ ਉਲਟ ਜੋ ਵੀ ਰਚਨਾ ਹੈ ਉਹ ਕੱਚੀ ਬਾਣੀ ਹੈ ਤੇ ਪਰਮਾਤਮਾ ਦੀ ਸਿਫਤ ਸਲਾਹ ਤੋਂ ਇਹ ਬਾਣੀ ਜਿਹੜੀ ਹੈ ਸੁੰਜੀ ਹੁੰਦੀ ਹੈ, ਖਾਲੀ ਹੁੰਦੀ ਹੈ, ਇਹਦੇ ਵਿੱਚ ਪਰਮਾਤਮਾ ਦਾ ਕੋਈ ਗੁਣ ਨਹੀਂ ਹੁੰਦਾ ਤੇ ਐਸੀ ਬਾਣੀ ਮਨੁੱਖ ਦੇ ਮਨ ਨੂੰ ਕਮਜ਼ੋਰ ਕਰਦੀ ਹੈ ਤੇ ਕਮਜ਼ੋਰ ਮਨ ਕਦੀ ਦੇ ਵਿੱਚ ਕਦੀ ਵੀ ਪਰਮਾਤਮਾ ਦੀ ਸਿਫਤ ਸਲਾਹ ਵਰਗੇ ਜਿਹੜੇ ਮਹਾਨ ਗੁਣ ਹਨ ਉਹ ਉਹਦੇ ਵਿੱਚ ਸਮਾ ਨਹੀਂ ਸਕਦੇ। ਸੋ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਵੀ ਸਾਨੂੰ ਇਸ ਬਾਰੇ ਬੜੀ ਸੇਧ ਦਿੱਤੀ ਹੈ ਕਿ ਸਤਿਗੁਰੂ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ, ਸਤਿਗੁਰ ਕੀ ਰੀਸ ਹੈ, ਹੋਰ ਕੱਚ ਪਿਚ ਬੋਲਦੇ ਸੇ ਕੂੜਿਆਰ ਕੂੜੇ ਝੜ ਪੜੀਏ। तो ऐसे झूठे लोग, ऐसे कूड़े लोग ਜਿਹੜੇ ਗੁਰੂ ਦੀ ਰੀਸ ਨਾਲ ਐਸੀ ਕੱਚੀ ਪਿਲੀ ਜਿਹੜੀ ਰਚਨਾਵਾਂ ਹੈ ਉਹਨੂੰ ਰੱਖਦੇ ਨੇ ਸਾਹਮਣੇ ਤੇ ਐਸੇ ਲੋਕਾਂ ਦੀ ਗੁਰੂ ਸਾਹਿਬ ਨੇ ਉਹਨਾਂ ਨੂੰ ਕੂੜਿਆਰ ਆਖਿਆ ਹੈ ਤੇ ਉਹਨਾਂ ਦੀ ਗੁਰੂ ਸਾਹਿਬ ਨੇ ਸੰਗਤਾਂ ਨੂੰ ਇੱਕ ਸੁਚੇਤ ਹੋਣ ਵਾਸਤੇ ਇੱਕ ਮਾਰਗਦਰਸ਼ਨ ਕੀਤਾ ਹੈ ਕਿ ਇਹਨਾਂ ਤੋਂ ਸੋਚਣਾ ਬਚ ਕੇ ਚੱਲਣਾ ਹੈ ਤੇ ਇਸ ਨੂੰ ਦੇ ਆਧਾਰ ਤੇ ਹੀ ਗੁਰਬਾਣੀ ਨੂੰ ਪਰਖ ਲੈਣਾ ਚਾਹੀਦਾ ਹੈ ਜੋ ਵੀ ਕੱਚ ਸਾਡੇ ਸਾਹਮਣੇ ਆਵੇ। ਤੇ ਹੁਣ ਐਸੀਆਂ ਕਈ ਧਾਰਨਾਵਾਂ ਆਪਣੇ ਜੀ ਦੇ ਸਾਹਮਣੇ ਦਾਸ ਸਾਂਝੀਆਂ ਕਰਨਾ ਚਾਹੇਗਾ ਜੋ ਆਪ ਡਿਸਪਲੇ ਤੇ ਵੀ ਦੇਖ ਰਹੇ ਹੋ ਕਿ ਜਿਨ੍ਹਾਂ ਨੂੰ ਕੱਚੀ ਰਚਨਾਵਾਂ ਹਨ ਤੇ ਆਮ ਸਿੱਖ ਜਿਹੜਾ ਹੈ ਇਹਨਾਂ ਨੂੰ ਗੁਰਬਾਣੀ ਸਮਝ ਕੇ ਕਈ ਕਾਰਜਾਂ ਦੇ ਵਿੱਚ ਇਹਨਾਂ ਦਾ ਇਸਤੇਮਾਲ ਜਿਹੜਾ ਉਹ ਕਰਨ ਲੱਗ ਪੈਂਦੇ ਨੇ। ਕਈ ਵਾਰੀ ਅਸੀਂ ਦੇਖਦੇ ਹਾਂ ਕਿ ਵੱਡੀਆਂ ਟਰਾਲੀਆਂ ਤੇ ਟਰੱਕਾਂ ਤੇ ਉਹਨਾਂ ਦੇ ਪਿੱਛੇ ਵੀ ਇਹ ਪੰਕਤੀਆਂ ਜਿਹੜੀਆਂ ਲਿਖੀਆਂ ਮਿਲਦੀਆਂ ਨੇ ਤੇ ਇੱਕ ਪ੍ਰਭਾਵ ਉਹਨਾਂ ਦੇ ਕੋਲ ਇਹੋ ਹੁੰਦਾ ਕਿ ਸ਼ਾਇਦ ਇਹ ਗੁਰੂ ਸਾਹਿਬ ਦੀ ਰਚਨਾ ਜਾਂ ਗੁਰਬਾਣੀ ਹੈ ਤੇ ਇਸ ਨੂੰ ਇੱਕ ਚੰਗੇ
ਬਚਨ ਦੇ ਤੌਰ ਤੇ ਉਹ ਉੱਥੇ ਲਿਖ ਲੈਂਦੇ ਨੇ, ਪਰ ਇੱਕ ਪ੍ਰਭਾਵ ਪੈਂਦਾ ਹੈ ਕਿ ਇਹ ਸ਼ਾਇਦ ਗੁਰਬਾਣੀ ਹੀ ਹੈ, ਜੋ ਕਿ ਸਿੱਖ ਨੂੰ ਪਰਖ ਲੈਣਾ ਚਾਹੀਦਾ ਹੈ ਕਿ ਗੁਰਬਾਣੀ ਨਹੀਂ ਹੋ ਸਕਦੀ। ਦੂਸਰਾ, ਸਾਡੇ ਵਿਆਹ ਸ਼ਾਦੀਆਂ ਦੇ ਜਿਹੜੇ ਇਨਵੀਟੇਸ਼ਨ ਕਾਰਡ ਹੁੰਦੇ ਨੇ, ਉਹਨਾਂ ਦਾ ਵੀ ਆਮ ਤੌਰ ਤੇ ਐਸੀਆਂ ਹੀ ਪੰਕਤੀਆਂ ਲਿਖ ਲਈਆਂ ਜਾਂਦੀਆਂ। ਹੁਣ ਦੇਖੋ, ਜਿਹੜਾ ਕਾਰਜ ਗੁਰੂ ਸਾਹਿਬ ਨੇ ਆਨੰਦ ਦਾ ਕਾਰਜ ਦੱਸਿਆ ਹੈ, ਤੇ ਉਹਦੇ ਬਾਰੇ ਬਹੁਤ ਸਾਰਾ ਇੱਕ ਸਿਧਾਂਤ ਸਿੱਖ ਲਈ ਜੀਵਨ ਨੂੰ, ਮਤਲਬ ਗ੍ਰਸਥ ਮਾਰਗ ਨੂੰ ਬੰਨਣ ਵਾਸਤੇ ਇੱਕ ਬਹੁਤ ਵੱਡਾ ਕਾਰਜ ਗੁਰੂ ਸਾਹਿਬ ਨੇ ਸਾਨੂੰ ਮਾਰਗ ਦਰਸ਼ਨ ਕਰਕੇ ਦਿੱਤਾ ਹੈ। ਅਸੀਂ ਉਹਦੇ ਵਿੱਚ ਵੀ ਜਦ ਪੰਕਤੀਆਂ ਛਾਪਦੇ ਹਾਂ, ਐਸੀ ਕੱਚੀਆਂ ਰਚਨਾਵਾਂ ਛਾਪਦੇ ਹਾਂ, ਤੇ ਇਹ ਪਤਾ ਨਹੀਂ ਹੁੰਦਾ ਕਿ ਅਸੀਂ ਓਟ ਤੇ ਆਸਰਾ ਗੁਰੂ ਸਾਹਿਬ ਦਾ ਲੈ ਰਹੇ ਹਾਂ ਜਾਂ ਇਹਨਾਂ ਕੱਚੀਆਂ ਧਾਰਨਾਵਾਂ ਦਾ ਲੈ ਰਹੇ ਹਾਂ, ਜੋ ਕਿ ਦਰਅਸਲ ਸਾਨੂੰ ਪਤਾ ਵੀ ਨਹੀਂ ਹੁੰਦਾ। ਸੋ ਐਸੀਆਂ ਕਿਹੜੀਆਂ ਰਚਨਾਵਾਂ ਨੇ, ਉਹ ਆਪ ਜੀ ਦੇ ਨਾਲ ਸਾਂਝੀ ਕਰ ਰਹੇ ਹਾਂ। ਸਤਿਗੁਰ ਦਾਤੇ ਕਾਜ ਰਚਾਇਆ, ਆਪਣੀ ਮਿਹਰ ਕਰਾਈ, ਦਾਸਾਂ ਕਾਰਜ ਆਪ ਸਵਾਰੇ, ਇਹ ਉਸ ਦੀ ਵਡਿਆਈ। ਜਾਂ ਜਿਹੜੀ ਹੁਣੇ ਸਵਾਲ ਦੇ ਵਿੱਚ ਆਈ ਹੈ, ਨਾਨਕ ਨੀਵਾਂ ਜੋ ਚੱਲੈ, ਲਗੇ ਨ ਤੱਤੀ ਵਾਓ, ਨਾਮ ਖੁਮਾਰੀ ਨਾਨਕਾ, ਚੜੀ ਰਹਿ ਦਿਨ ਰਾਤ। ਜਾਂ ਏਕੋ ਸਿਮਰੋ ਨਾਨਕਾ, ਜੋ ਜਲ ਥਲ ਰਿਹਾ ਸਮਾਏ, ਦੂਜਾ ਕਾਹੇ ਸਿਮਰੀਐ, ਜੋ ਜੰਮੇ ਤੇ ਮਰ ਜਾਏ। ਜਾਂ ਅਸੀਂ ਇਹ ਵੀ ਕਹਿ ਸਕਦੇ ਹਾਂ, ਨਾਨਕ ਨਾਮ ਜਹਾਜ਼ ਹੈ, ਚੜ੍ਹੈ ਸੋ ਉਤਰੇ ਪਾਰ। ਸੋ ਇੱਥੇ ਨਾਨਕ ਪਦ ਦੀ ਜਿਹੜੀ ਵਰਤੋਂ ਹੋਈ ਹੈ, ਉਸ ਤੋਂ ਧੋਖਾ ਖਾ ਕੇ ਜਿਹੜੀ ਸਾਡੇ ਸੱਜਣ ਸਮਝ ਲੈਂਦੇ ਹਨ ਕਿ ਸ਼ਾਇਦ ਇੱਕ ਬਾਣੀ ਹੈ, ਉਸ ਤੋਂ ਸਾਨੂੰ ਪਰਖ ਲੈਣਾ ਚਾਹੀਦਾ ਹੈ। ਤੇ ਪਰਖਣ ਵਾਸਤੇ ਜੋ ਹੁਣੇ ਅਸੀਂ ਗੁਰਬਾਣੀ ਦੇ ਸਿਧਾਂਤ ਜਿਹੜੇ ਹਨ, ਗੁਰੂ ਸਾਹਿਬਾਨ ਦੇ ਬਚਨ ਸਰਵਣ ਕੀਤੇ, ਉਹਨਾਂ ਤੋਂ ਸੇਧ ਲੈਣੀ ਚਾਹੀਦੀ ਹੈ। ਸੋ ਆਸ ਹੈ ਜੋ ਵੀ ਦਾਸ ਨੇ ਆਪ ਜੀ ਦੇ ਸਾਹਮਣੇ ਕੋਸ਼ਿਸ਼ ਕੀਤੀ ਹੈ ਵਿਚਾਰ ਰੱਖਣਗੇ, ਆਪ ਜ਼ਰੂਰ ਇਸ ਬਾਰੇ ਸੰਤੁਸ਼ਟੀ ਥੋੜੀ ਹੋਵੇਗੀ। ਪਰ ਫਿਰ ਵੀ ਜੇ ਹੋਰ ਵੀ ਆਪ ਜੀ ਮਾਰਗਦਰਸ਼ਨ ਕਰਨਾ ਚਾਹੋ ਤੇ ਆਪ ਜੀ ਜ਼ਰੂਰ ਆਪਣੇ ਸੁਝਾਅ ਦੇ ਸਕਦੇ ਹੋ ਜੀ ਇਨਬਾਕਸ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਇੰਦਰਵੀਰ ਸਿੰਘ ਜੀ ਨੇ ਬੜੀ ਅੱਛੀ ਬੈਕਗ੍ਰਾਉਂਡ ਦਿੱਤੀ ਹੈ, ਔਰ ਇਹ ਵੀ ਦੱਸਿਆ ਹੈ ਕਿ ਇਹ ਜਿਹੜੀ ਕੱਚੀ ਰਚਨਾ ਹੈ, ਇਹ ਕਿਸ ਨੇ ਸ਼ੁਰੂ ਕੀਤੀ ਹੈ, ਔਰ ਗੁਰਬਾਣੀ ਦੇ ਵਿੱਚ ਸਾਨੂੰ ਕੀ ਸੰਦੇਸ਼ ਹਨ, ਹਿਦਾਇਤਾਂ ਹਨ ਕਿ ਅਸੀਂ ਕੱਚੀ ਬਾਣੀ ਨੂੰ ਕਿਉਂ ਪ੍ਰਵਾਨ ਨਹੀਂ ਕਰਨਾ। ਕਿਉਂਕਿ ਕੱਚੀ ਬਾਣੀ ਦੇ ਵਿੱਚ ਜੋ ਵੀ ਸੰਦੇਸ਼ ਲਿਖਿਆ ਹੋਏਗਾ ਉਹ ਗੁਰੂ ਆਸ਼ੇ ਅਨੁਸਾਰ ਨਹੀਂ ਹੈ। ਭੈਣ ਤਜਿੰਦਰ ਕੌਰ ਜੀ ਨੇ ਇਸੇ ਬਾਰੇ ਆਪਣੇ ਚੈਟ ਬਾਕਸ ਵਿੱਚ ਵੀ ਲਿਖਿਆ ਕਿ ਜਿਹੜੀ ਇਹ ਕੱਚੀ ਬਾਣੀ ਹੈ, ਇਹ ਵਿਆਕਰਨ ਦੇ ਅਨੁਸਾਰ ਵੀ ਇਹਦੇ ਅੰਦਰ ਗਲਤੀਆਂ ਹਨ, ਜਦਕਿ ਬਾਕੀ ਜੋ ਗੁਰਬਾਣੀ ਹੈ ਉਹ ਸਾਰੀ ਦੇ ਉੱਪਰ ਵਿਆਕਰਨ ਪੂਰੀ ਤਰ੍ਹਾਂ ਨਾਲ ਲਾਗੂ ਹੁੰਦੀ ਹੈ। ਯਾਨੀ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਵੀ ਇੱਥੇ ਚੰਗੀ ਤਰ੍ਹਾਂ ਹਰ ਲਫ਼ਜ਼ ਨੂੰ, ਹਰ ਪੰਕਤੀ ਨੂੰ ਸਮਝਾਉਂਦੇ ਹਨ। ਲੇਕਿਨ ਜੇ ਕੱਚੀ ਬਾਣੀ ਜਿਵੇਂ ਵੀਰ ਜੀ ਨੇ ਡਿਸਪਲੇ ਕੀਤੀ ਹੈ, ਅਗਰ ਉਸ ਨੂੰ ਗੌਰ ਨਾਲ ਦੇਖਿਆ ਜਾਏਗਾ ਤਾਂ ਉਹ ਤੋਂ ਪਤਾ ਲੱਗ ਜਾਏਗਾ ਕਿ ਇਹ ਬਾਣੀ ਜਿਹੜੀ ਹੈ ਉਹ ਕੱਚੀ ਹੈ। ਔਰ ਇਹਦੀ ਇਹ ਵੀ ਬੈਕਗ੍ਰਾਉਂਡ ਦੱਸੀ ਜਾਂਦੀ ਹੈ ਕਿ ਜਿਸ ਵੇਲੇ ਬਾਣੀ ਇਹ ਰਲਾ ਕੀਤਾ ਗਿਆ ਮਿਹਰਬਾਨ ਵੱਲੋਂ, ਤਾਂ ਸੰਗਤਾਂ ਵਿੱਚੋਂ ਕਈ ਜਿਹੜੇ ਆ ਕੇ ਕਹਿਣ ਲੱਗੇ ਵੀ ਇਹ ਬਾਣੀ ਜਿਹੜੀ ਹੈ ਇਹ ਗੁਰੂ ਨਾਨਕ ਪਾਤਸ਼ਾਹ ਦੀ ਹੈ, ਜਾਂ ਕਿ ਕਿਸੇ ਇਹ ਤੋਂ ਉਹਨਾਂ ਆਨੰਦ ਨਹੀਂ ਆਉਂਦਾ ਇਹਨੂੰ ਪੜ੍ਹਨ ਦੇ ਨਾਲ ਜਿੰਨਾ ਸਤਿਗੁਰੂ ਦੀ ਰਚੀ ਹੋਈ ਬਾਣੀ ਨਾਲੋਂ ਰਸ ਆਉਂਦਾ ਹੈ, ਆਨੰਦ ਆਉਂਦਾ ਹੈ। ਤਾਂ ਫਿਰ ਉਸ ਵਕਤ ਇਹ ਜਿਹੜੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਾਨੂੰ ਹਦਾਇਤ ਕੀਤੀ ਹੈ ਕਿ ਸਤਿਗੁਰੂ ਬਿਨਾਂ ਹੋਰ ਕੱਚੀ ਬਾਣੀ, ਬਾਣੀ ਤਾਂ ਕੱਚੀ, ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਔਰ ਬੜੀ ਸਖਤ ਹਦਾਇਤ ਕਰ ਦਿੱਤੀ, ਕਹਿੰਦੇ ਕੱਚੇ ਜਿਹੜੇ ਇਸ ਨੂੰ ਕਹਿਣਗੇ, ਕਹਿੰਦੇ ਕੱਚੇ, ਫਿਰ ਜਿਹੜੇ ਸੁਣਨਗੇ ਉਹ ਵੀ ਕੱਚੇ। ਕਹਿੰਦੇ ਕੱਚੇ, ਸੁਣਦੇ ਕੱਚੇ, ਕੱਚੀ ਆਖ ਵਖਾਣੀ। ਤੇ ਜਿਹੜੇ ਆਖਣਗੇ ਸਾਰੇ ਉਹ ਕੱਚੇ ਹੀ ਹਨ, ਭਾਵ ਉਹਦੇ ਅੰਦਰ ਕੋਈ ਸੱਚਾਈ ਨਹੀਂ ਹੋਏਗੀ ਗੁਰਬਾਣੀ ਦੇ ਅੰਦਰ। ਤਾਂ ਇਹ ਗੱਲ ਠੀਕ ਹੈ ਕਿ ਕੱਚੀ ਬਾਣੀ ਜਿਹੜੀ ਹੈ ਉਹ ਸਾਨੂੰ ਪ੍ਰੋਪਰ ਸੇਧ ਜੋ ਗੁਰਮਤਿ ਅਨੁਸਾਰ ਨਹੀਂ ਦੇ ਸਕਦੀ ਹੈ। ਤਾਂ ਇੱਕ ਹੋਰ ਪੰਕਤੀ ਵੀ ਜਿਹੜੀ ਹੈ ਆਮ ਤੌਰ ਦੇ ਉੱਪਰ ਉਹ ਸਾਡੇ ਸਾਹਮਣੇ ਆਉਂਦੀ ਹੈ ਕਿ ਨਾਨਕ ਦੁਖੀਆ ਸਭ ਸੰਸਾਰ, ਸੋ ਸੁਖੀਆ ਜਿਸ ਨਾਮ ਅਦਾ। तो ये पंक्ति भी जड़ी है कच्ची बाणी, अद्धी पंक्ति जो है वो ठीक है कि वो बाली रोवे ना है पतार, नानक दुखिया सब संसार। लेकिन अगली पंक्ति गुरबाणी विच नहीं है कि सो सुखिया जिस नाम अदा। सो सर इंदरवीर सिंह जी ने बड़े डिटेल नाल आप जी ने समझाया, तो मैं एक बार फिर उन्होंने धन्यवाद करता हाँ। तो अगले सवाल वाल चलने हैं कि अगला सवाल है, देखो असी जन्म लिया है ते हर एक दे मन दे विच एक तोखरा रहिंदा है कि मैं पता नहीं मेरे इस जन्म तो बाद मैं मनुखा जन्म मैनू मिलेगा या मैनू की मिलेगा, या ये जिहड़ी 84 लाख जूना ने वो की जूना ने वो की भटकना होएगी। तो ईवन जिहड़े प्राणी त्याग भी जाते हैं शरीर, उन्हां दे भी परिवारां दे अंदर एक मन मत देखण विच आउंदी है, पिंडां दे अंदर खास तौर दे उपर
ਤੇ ਉਹ ਕੋਈ ਨਾ ਕੋਈ ਘਰ ਦੇ ਅੰਦਰ ਐਸਾ ਪੰਡਤਾਂ ਦੱਸਿਆ ਹੋਇਆ ਤਰੀਕਾ ਕਰਨਗੇ, ਕੋਈ ਕਿਤੋਂ ਰੇਤ ਇਕੱਠੀ ਕਰਕੇ ਤੇ ਉਹਦੇ ਤੇ ਘੜਾ ਜਾਂ ਕੇ ਕੋਈ ਚੀਜ਼ ਉਹਨੂੰ ਢੱਕ ਕੇ ਤੇ ਫਿਰ ਕਹਿਣਗੇ ਵੀ ਇਹਦੇ ਤੇ ਜਿਹੜਾ ਨਿਸ਼ਾਨ ਹੋਏਗਾ, ਉਹ ਜਿਹੜਾ ਬੰਦਾ ਚਲਾ ਗਿਆ ਹੈ, ਉਹ ਉਸ ਜ਼ੋਨ ਦੇ ਵਿੱਚ ਗਿਆ ਹੋਏਗਾ। ਤੋ ਇਹ ਬੜੇ ਭਰਮ ਔਰ ਵਹਿਮ ਹਨ। ਤੋ ਜੋ 84 ਲੱਖ ਜੂਨਾਂ ਦੇ ਬਾਰੇ ਕਿ 84 ਲੱਖ ਜੂਨਾਂ ਹੀ ਹਨ ਜਾਂ ਅਗੰਤ ਜੂਨਾਂ ਹਨ, ਤੋ ਇਹਦੇ ਨਾਲ ਹੀ ਰਿਲੇਟਡ ਹੈ ਵੀ ਜਿਹੜੀਆਂ ਖਾਣੀਆਂ ਹਨ, 4 ਹਨ ਜਾਂ ਇਸ ਤੋਂ ਵੀ ਵੱਧ ਹਨ। ਤੋ ਇਸ ਬਾਰੇ ਵਿਚਾਰ ਜਿਹੜੀ ਹੈ ਡਾਕਟਰ ਤੇਜਿੰਦਰ ਸਿੰਘ ਖਾਲਸਾ ਜੀ ਆਪ ਜੀ ਨਾਲ ਸਾਂਝੀ ਕਰਨਗੇ। ਤੋ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਇਸ ਬਾਰੇ ਆਪਣੇ ਵਿਚਾਰ ਸੰਗਤਾਂ ਨੂੰ ਸਾਂਝਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 84 ਲੱਖ ਜੂਨਾਂ ਗੁਰਮਤਿ ਆਸ਼ੇ ਅਨੁਸਾਰ ਅਸੀਂ ਅੱਜ ਵਿਚਾਰ ਕਰ ਰਹੇ ਹਾਂ। ਇਹ ਵਿਚਾਰ ਦਾ ਪਹਿਲੇ ਸਰੋਤ ਦੇਖੀਏ ਵੀ 84 ਲੱਖ ਦਾ ਕੰਸੈਪਟ ਜਾਂ ਇਹ ਸੰਕਲਪ ਆਇਆ ਕਿੱਥੋਂ। ਗੁਰਮਤਿ ਚੋਂ ਤੇ ਨਹੀਂ ਆਇਆ। ਹਿੰਦੂ ਮਤ ਅਨੁਸਾਰ ਕੋਈ 5000 ਸਾਲ ਪਹਿਲਾਂ ਰਿਸ਼ੀ ਵੇਦ ਵਿਆਸ ਵੱਲੋਂ ਰਚੇ ਪਦਮ ਪੁਰਾਣ ਦੇ ਅਧਿਆਏ 78.05 ਇਸ ਵਿੱਚ ਜੀਵ ਆਤਮਾ ਦੇ 84 ਲੱਖ ਜੂਨਾਂ ਵਿੱਚ ਭਟਕਣ ਉਪਰੰਤ ਮਨੁੱਖਾ ਦੇਹੀ ਹਾਸਲ ਕੀਤੇ ਜਾਣ ਦੀ ਗੱਲ ਕੀਤੀ ਗਈ ਹੈ। ਪਹਿਲਾਂ ਵੀ ਅਸੀਂ ਵਿਚਾਰ ਕਰ ਚੁੱਕੇ ਹਾਂ ਕਿ ਗਰੁੜ ਪੁਰਾਣ ਦੇ ਵਿੱਚ ਮਨੁੱਖ ਨੂੰ ਭੈਭੀਤ ਕਰਨ ਵਾਸਤੇ ਜਮਦੂਤ, ਜਮਕਾਲ ਇਹੋ ਜਿਹੇ ਕੰਸੈਪਟ ਵਰਤੇ ਗਏ ਨਰਕ ਸਵਰਗ ਦੇ। ਇਹ ਵੀ ਪੁਰਾਣ ਜਿਹੜਾ ਹੈ ਇਹ ਵੀ ਭੁਲੇਖਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਜੀਵ ਆਤਮਾ ਦੇ 84 ਲੱਖ ਜੂਨਾਂ ਵਿੱਚ ਭਟਕਣ ਉਪਰੰਤ ਮਨੁੱਖਾ ਦੇਹੀ ਹਾਸਲ ਕੀਤੇ ਜਾਣ ਦੀ ਗੱਲ ਕੀਤੀ ਗਈ ਹੈ। ਇਹਨਾਂ ਦੱਸੇ ਗਏ 84 ਲੱਖ ਜੂਨਾਂ ਦਾ ਵਿਸ਼ਲੇਸ਼ਣ ਕਰਦੇ ਹੋਏ ਇਹ ਪੁਰਾਣ ਦੱਸਦਾ ਹੈ ਕਿ ਇਹਨਾਂ ਵਿੱਚ 9 ਲੱਖ ਜਲਵਾਸੀ, 11 ਲੱਖ ਕੀੜੇ ਮਕੌੜੇ ਜ਼ਮੀਨ ਦੇ ਅੰਦਰ ਰੀਂਗਣ ਵਾਲੇ, 30 ਲੱਖ 4 ਪੈਰ ਵਾਲੇ ਪਸ਼ੂ ਜੋ ਧਰਤੀ ਦੇ ਉੱਪਰ ਹਨ, 10 ਲੱਖ ਪੰਛੀ ਆਕਾਸ਼ ਦੇ ਅਧਿਕਾਰੀ, 30 ਲੱਖ ਪੇੜ ਪੌਦੇ ਸਥਿਰ ਜੀਵ, 4 ਲੱਖ ਮਨੁੱਖ ਜਾਤੀ। ਇਹ ਮਨੁੱਖ ਜਾਤੀ ਦੇ ਵਿੱਚ ਦਾਨਵ, ਦੇਵ, ਮਨੁੱਖ ਇਹਨਾਂ ਦੀ ਗਿਣਤੀ ਸ਼ਾਮਲ ਕਰਦੇ ਹਨ। ਇਵੇਂ ਕੁੱਲ ਜੋੜ 84 ਕਰ ਲੈਂਦੇ ਹਨ। ਭਾਈ ਕਾਹਨ ਸਿੰਘ ਨਾਭਾ ਜੀ ਦੇ ਮਹਾਨ ਕੋਸ਼ ਅਨੁਸਾਰ ਜੈਨ ਮਤ ਵੀ 84 ਲੱਖ ਹੀ ਮੰਨਦਾ ਹੈ। ਇਸ ਵਿਸ਼ਲੇਸ਼ਣ ਵਿੱਚ ਜੇ ਜਾਈਏ ਜੈਨ ਮਤ ਦੇ ਤਾਂ ਬਹੁਤ ਕੰਪਲਿਕੇਟਡ ਵਿਸ਼ਲੇਸ਼ਣ ਹੈ, ਹੋਰ ਜਟਿਲ ਹੈ। ਇਹ ਤੇ 4 ਲੱਖ ਦੇਵਤੇ ਸਵਰਗ ਵਿੱਚ ਤੇ 4 ਲੱਖ ਨਰਕ ਦੇ ਵਿੱਚ, ਇਸ ਤਰ੍ਹਾਂ ਹੋਰ ਕਈ ਪੇਚੀਦਗੀਆਂ ਪਾਈਆਂ ਇਹਨਾਂ ਨੇ। ਅਸੀਂ ਇਸ ਵਿਚਾਰ ਵਿੱਚ ਨਹੀਂ ਪਾਵਾਂਗੇ ਕਿਉਂਕਿ ਵਕਤ ਹੋਰ ਲੱਗੇਗਾ। ਅਸੀਂ ਆਪਣੇ ਪੁਆਇੰਟ ਤੇ ਰਹਿੰਦੇ ਹਾਂ। ਸੋ ਮੈਂ ਦੁਬਾਰਾ ਬੇਨਤੀ ਕਰ ਰਿਹਾ ਜੀ, ਭਾਈ ਕਾਹਨ ਸਿੰਘ ਨਾਭਾ ਜੀ ਦੇ ਮਹਾਨ ਕੋਸ਼ ਅਨੁਸਾਰ ਜੈਨ ਮਤ ਵਿੱਚ ਵੀ 84 ਲੱਖ ਦੀ ਗਿਣਤੀ ਮੰਨਦਾ ਹੈ, ਪਰ ਵਿਸ਼ਲੇਸ਼ਣ ਹੋਰ ਜਟਿਲ ਦੱਸਦੇ ਹਨ। ਉਹਨਾਂ ਮੁਤਾਬਕ ਜੀਆਂ ਦੀ ਗਿਣਤੀ ਪੁਰਾਣਾਂ ਦੀ ਗਿਣਤੀ ਤੋਂ ਬਹੁਤ ਵੱਖਰੀ ਹੈ। ਇਸ ਗਿਣਤੀ ਦੀ ਵੱਖਰੀ ਜਾਣਕਾਰੀ ਵਧੇਰੇ ਸਮਾਂ ਲਵੇਗੀ ਜੀ, ਇਸ ਲਈ ਮੈਂ ਡਿਸਕਸ ਨਹੀਂ ਕਰ ਰਿਹਾ। ਭਾਵੇਂ ਜੈਨ ਮਤ ਅਨੁਸਾਰ ਵੀ ਗਿਣਤੀ ਦਾ ਜੋੜ 84 ਲੱਖ ਮਿਲਾ ਦਿੱਤਾ ਗਿਆ ਹੈ, ਪਰ ਇੱਥੇ ਗੱਲ ਜੂਨਾਂ ਦੀ ਨਾ ਹੋ ਕੇ ਜੀਵਾਂ ਦੀ ਗਿਣਤੀ ਕੀਤੀ ਜਾਪਦੀ ਹੈ, ਜੋ ਕਿ ਸੰਕਲਪ ਤੋਂ ਹਟ ਕੇ ਤੇ ਤਰਕਹੀਣ ਹੈ। 4 ਲੱਖ ਦੇਵਤੇ ਹਨ। 4 ਲੱਖ ਦੇਵਤਿਆਂ ਦੀਆਂ ਕਿਸਮਾਂ ਨਹੀਂ, 4 ਲੱਖ ਦੇਵਤੇ ਹਨ। ਇਸ ਤਰ੍ਹਾਂ ਜਦੋਂ ਪੜ੍ਹਿਆ ਮੈਂ ਉਹਦੇ ਵਿੱਚ ਤੇ ਫਿਰ ਲੱਗਾ ਕਿ ਇਹ ਤੇ ਜੀਵਾਂ ਦੀ ਗਿਣਤੀ ਕਰੀ ਜਾਂਦੇ ਆ। ਅੱਜ ਤੇ ਅਸੀਂ 800 ਕਰੋੜ ਤੋਂ ਉੱਪਰ ਜੀਵ ਤੁਰੇ ਫਿਰਦੇ ਆ, ਇਨਸਾਨ ਹੀ। ਭਗਤ ਨਾਮਦੇਵ ਜੀ ਆਸਾ ਰਾਗ ਵਿੱਚ ਜੀਵਾਂ ਦੀ ਗਿਣਤੀ ਦਾ ਉਦਾਹਰਣ ਦਿੰਦੇ ਹੋਏ ਮੋਟਾ ਜਿਹਾ ਅਨੁਮਾਨ ਦੱਸ ਕੇ ਫਰਮਾਉਂਦੇ ਹਨ, 42 ਲੱਖ ਜੀ ਜਲ ਮੈਂ ਹੋਤੇ, ਬੀਠਲ ਪਹਿਲਾ ਕਾਇ ਕਰੋ। ਇਹ ਸ਼ਬਦ ਅਸੀਂ ਪੜ੍ਹਿਆ, ਸਾਨੂੰ ਇੱਥੇ ਫਿਰ ਭੁਲੇਖਾ ਪਿਆ। ਸਟੀਕ ਜਿਹੜੇ ਲਿਖ ਰਹੇ ਨੇ ਏਦਾਂ ਕਿ ਜਲ 'ਚ 42 ਲੱਖ ਨੇ ਤੇ ਬਾਹਰ ਵੀ 42 ਲੱਖ ਨੇ, ਅਸੀਂ ਫਿਰ 84 ਦੇ ਚੱਕਰ 'ਚ ਪੈ ਗਏ। ਸਟੀਕ ਦੀ ਇਨ ਬਿਨ ਭਾਸ਼ਾ ਜਿਹੜੀ ਹੈ ਟ੍ਰਾਂਸਲੇਸ਼ਨ ਦੀ, ਉਹਦੇ ਵੱਲ ਨਹੀਂ ਜਾਣਾ। ਇਹ ਜਿਹੜਾ ਤੋਂ ਉਚਾਰਨ ਕੀਤੀ ਹੈ ਨਾਮਦੇਵ ਜੀ ਦੀ, ਇਸ ਦਾ ਮਤਲਬ ਇਹ ਬਿਲਕੁਲ ਨਹੀਂ ਕਿ ਭਗਤ ਨਾਮਦੇਵ ਜੀ ਨੇ ਇੱਥੇ 42 ਲੱਖ ਜੂਨਾਂ ਦੇ ਜਲ ਵਿੱਚ ਹੋਣ ਦੀ ਪੁਸ਼ਟੀ ਕੀਤੀ ਹੈ, ਬਲਕਿ ਸ਼ਬਦ ਦੇ ਭਾਵ ਅਰਥ ਨੂੰ ਵਿਚਾਰੀਏ ਤਾਂ ਭਗਤ ਜੀ ਇਹ ਵਿਚਾਰ ਪ੍ਰਗਟ ਕਰਦੇ ਹਨ ਕਿ ਜਦ ਇਤਨੀ ਵੱਡੀ ਗਿਣਤੀ, ਇਹ ਸੰਕੇਤਿਕ ਹੈ ਗਿਣਤੀ, ਜਦ ਇਤਨੀ ਵੱਡੀ ਗਿਣਤੀ ਵਿੱਚ ਜੀਵ ਜਲ ਵਿੱਚ ਹੀ ਹਨ ਤੇ ਮੇਰਾ ਬਿਠਲ ਭਾਵ ਪਰਮੇਸ਼ਰ ਉਹਨਾਂ ਸਭਨਾਂ ਦੇ ਵਿੱਚ ਵਸਦਾ ਹੋਇਆ ਜਲ ਵਿੱਚ ਇਸ਼ਨਾਨ ਕਰ ਹੀ ਰਿਹਾ ਹੈ, ਤਾਂ ਮੈਂ ਇਸ ਪ੍ਰਭੂ ਦੀ ਮੂਰਤੀ ਨੂੰ ਕੀ ਨਵਾਉਣਾ ਹੋਇਆ, ਮੈਂ ਇਸ ਦਾ ਕੀ ਇਸ਼ਨਾਨ ਕਰਾਵਾਂ। ਮਨੁੱਖ ਨੂੰ ਪ੍ਰਭੂ ਦੀ ਵਿਸ਼ਾਲਤਾ ਵਾਲੇ ਪਾਸੇ ਭਗਤ ਜੀ ਲੈ ਕੇ ਆਏ ਹੈ। ਤੇ ਇੱਕ ਮੂਰਤੀ ਦੇ ਇਸ਼ਨਾਨ ਕਰਾਉਣ ਦਾ ਕਰਮਕਾਂਡ ਤੁਸੀਂ ਮੈਨੂੰ ਥੋਪਦੇ ਪਏ ਹੋ, ਤੇ ਮੇਰਾ ਪ੍ਰਭੂ ਤੇ ਦੇਖੋ ਕਿੰਨੀ ਵੱਡੀ ਜੀਵ ਦੇ ਗਿਣਤੀ 'ਚ ਜੀਵ ਜਲ ਦੇ ਵਿੱਚ ਹੀ ਰਹਿੰਦੇ ਆ ਤੇ ਉਹਨਾਂ ਦੇ ਵਿੱਚ ਇਸ਼ਨਾਨ ਕਰ ਹੀ ਰਿਹਾ ਹੈ। ਇਸ ਦਾ ਮਤਲਬ ਜੇ ਜਰਾ ਆਧੁਨਿਕ ਵਿਗਿਆਨੀ ਨਜ਼ਰੀਏ ਨਾਲ ਝਾਤ ਮਾਰੀਏ ਤਾਂ 1690 ਈਸਵੀ ਵਿੱਚ ਬ੍ਰਿਟਿਸ਼ ਦੇ ਮਹਾਨ ਕੋਸ਼ਿਕਾ ਵਿਗਿਆਨੀ ਰੋਬਰਟ AMK ਦੀ ਖੋਜ
ਇਸ ਦੇ ਅਨੁਸਾਰ ਜੀਵਾਂ ਦੀ ਪ੍ਰਜਾਤੀਆਂ ਦੀ ਗਿਣਤੀ ਉਸਨੇ 1 ਕਰੋੜ 4 ਲੱਖ ਦੇ ਕਰੀਬ ਦੱਸੀ ਹੈ। ਜੇ ਇਸ ਖੋਜ ਤੋਂ ਪ੍ਰਾਪਤ ਅੰਕੜੇ ਪੁਰਾਣ ਦੇ ਅੰਕੜੇ ਨਾਲ ਮਿਲਾਏ ਜਾਣ ਤਾਂ 20 ਲੱਖ ਪ੍ਰਜਾਤੀਆਂ ਦਾ ਫਰਕ ਦਿਸਦਾ ਹੈ, ਜੋ ਕਿ 5000 ਸਾਲ ਦੇ ਅੰਤਰਾਲ ਨਾਲ ਵਿਕਸਿਤ ਹੋਏ ਹੋਣ ਦਾ ਕਿਆਸ ਲਗਾਇਆ ਜਾਂਦਾ ਹੈ। ਇਸ ਤੇ ਵਿਚਾਰ ਹੋਏਗੀ। ਕਹਿਣ ਦਾ ਭਾਵ ਇਹ ਕਿ ਜੀਵ ਆਤਮਾ ਨੂੰ ਆਵਾਗਮਨ ਦੇ ਗੇੜ ਵਿੱਚ 84 ਲੱਖ ਗੇੜੇ ਹਨ। ਇਹ 1 ਕਰੋੜ ਤੋਂ ਵੱਧ ਹਨ, ਇਹ ਕਲੀਅਰ ਨਹੀਂ। ਇਹ ਗਿਣਤੀ ਇਸ ਇੱਕ ਭੂਖੰਡ ਜਾਂ ਪ੍ਰithvi ਮਾਤਰ ਦੀ ਦੱਸੀ ਗਈ ਹੈ। ਪਰਮਾਤਮਾ ਦੇ ਭਾਣੇ ਵਿੱਚ ਪਤਾ ਨਹੀਂ ਕਿਤਨੀਆਂ ਪ੍ਰithਵੀਆਂ ਜੀਵ ਜੰਤ ਲੈ ਕੇ ਬੈਠੀਆਂ ਹਨ। ਇਸ ਸੰਕਲਪ ਤੇ ਗੁਰਬਾਣੀ ਵਿੱਚ ਕਿਸੇ ਕਿਸਮ ਦੀ ਪੁਸ਼ਟੀ ਨਹੀਂ ਕੀਤੀ ਗਈ। ਹਾਂ, ਗੁਰਬਾਣੀ ਵਿੱਚ ਹਿੰਦੂ ਵੇਦ ਸ਼ਾਸਤਰ ਪੁਰਾਣਾਂ ਦੇ ਹਵਾਲਿਆਂ ਨਾਲ ਪ੍ਰਚਲਿਤ ਸੰਕੇਤਕ ਸ਼ਬਦਾਵਲੀ ਆਦਿ ਗੁਰਬਾਣੀ ਵਿੱਚ ਵਰਤੀ ਗਈ ਲੋਕ ਭਾਸ਼ਾ ਵਿੱਚ ਪਰਮੇਸ਼ਵਰ ਪ੍ਰਾਪਤੀ ਜਾਂ ਕਰਮ ਨਿਯੰਤਰਣ ਜਾਂ ਪਰਮੇਸ਼ਵਰ ਪ੍ਰਾਪਤੀ ਦੇ ਆਸ਼ੇ ਨੂੰ ਧਿਆਨ 'ਚ ਰੱਖ ਕੇ ਜਾਂ ਕਰਮਾਂ ਨੂੰ ਨਿਯੰਤਰਣ ਕਰਨ ਵਾਸਤੇ ਬਾਣੀ ਦੇ ਭਾਵ ਦ੍ਰਿੜ ਕਰਾਉਣ ਵਾਸਤੇ ਲੋਕ ਭਾਸ਼ਾ ਵਰਤੀ ਗਈ ਹੈ। ਇਹ ਸੰਕੇਤਿਕ ਹੈ। ਇਸ ਤੇ ਪਹਿਲੇ ਵੀ ਵਿਚਾਰ ਕੀਤੀ ਜਾ ਚੁੱਕੀ ਹੈ। ਜਮਦੂਤ, ਚਿੱਤਰਗੁਪਤ, ਕਾਮਧੇਨ, ਪਾਰਸ ਇਸ ਤਰ੍ਹਾਂ ਦੇ ਸ਼ਬਦ ਉਸ ਵਿੱਚ ਆਉਂਦੇ ਹਨ। ਇੱਕ ਇੱਥੇ ਗੁਰਬਾਣੀ ਦੀ ਤੁਕ ਦਾ ਆਸਰਾ ਲੈਂਦੇ ਹਾਂ। ਵਡਹੰਸ ਮਹਲਾ 3 ਪੰਨਾ 569। ਕਾਲ ਜਾਲ ਜਮ ਜੋ ਨ ਸਾਕੈ। ਇੱਥੇ ਕਾਲ ਜਾਲ ਜਮ ਇਹ ਸਿਧਾਂਤਿਕ ਸ਼ਬਦ ਵਰਤੇ ਗਏ ਹਨ, ਪਰ ਇਸ ਦਾ ਅਸਲ ਮਤਲਬ ਹੈ ਆਤਮਿਕ ਮੌਤ ਤੋਂ ਮਨੁੱਖ ਬਚਿਆ ਰਹਿੰਦਾ ਹੈ। ਸੱਚ ਸ਼ਬਦ ਲਈ ਬੁਲਾਏ। ਅੱਗੇ ਲਿਖਿਆ ਹੈ ਸਦਾ ਸੱਚ ਰਤਾ ਮਨ ਨਿਰਮਲ। ਸਦਾ ਸੱਚ ਰਤਾ ਮਨ ਨਿਰਮਲ ਆਵਨ ਜਾਨ ਰਹਾਏ। ਹੁਣ ਇੱਥੇ ਆਵਨ ਜਾਨ ਰਹਾਏ ਲਿਖਿਆ ਹੈ, ਇੱਥੇ 84 ਦਾ ਵਰਡ ਯੂਜ਼ ਨਹੀਂ ਕੀਤਾ ਗਿਆ। ਭਾਵ ਇੱਥੇ ਦੂਸਰੀ ਲਾਈਨ ਵਿੱਚ ਸੰਕੇਤਕ ਲਿਖਣ ਦੇ ਬਜਾਏ ਸਪਸ਼ਟ ਲਿਖ ਦਿੱਤਾ ਗਿਆ ਹੈ। ਆਵਾਗਮਨ ਦੇ ਗੇੜ ਵਿੱਚ ਜਿਨ੍ਹਾਂ ਦੇ ਮਨ ਨਿਰਮਲ ਹੋ ਜਾਂਦੇ ਹਨ ਪ੍ਰਭੂ ਪ੍ਰਾਪਤੀ ਨਾਲ, ਉਹ ਨਹੀਂ ਪੈਂਦੇ ਹਨ। ਤੋ ਕਿਤੇ ਸੰਕੇਤਿਕ ਕਿਤੇ ਨਹੀਂ ਸੰਕੇਤਿਕ। ਇਹ ਜਿਹੜਾ ਲਿਖਣ ਦੀ ਸ਼ੈਲੀ ਹੈ ਗੁਰਮਤ ਦੀ, ਇਹ ਮਨੁੱਖ ਨੂੰ ਆਸਾਨ ਕਰਦੀ ਹੈ ਉਹਦੀ ਭਾਸ਼ਾ ਵਿੱਚ ਵਿਚਾਰ ਨੂੰ ਸਮਝਣਾ। ਅਸੀਂ ਗੱਲ ਕੀਤੀ ਰਿਸ਼ੀਆਂ ਮੁਨੀਆਂ ਦੀ, ਰਿਸ਼ੀ ਵਿਆਸ ਦੀ, ਸਾਇੰਸਦਾਨ ਦੀ। ਹੁਣ ਗੁਰਬਾਣੀ ਇਹਦੇ ਬਾਰੇ ਕੀ ਕਹਿੰਦੀ ਹੈ? ਪਹਿਲਾਂ ਤਾਂ ਇਹ ਵਿਚਾਰ ਹੈ ਕਿ ਰਿਸ਼ੀਆਂ ਮੁਨੀਆਂ ਵਿਗਿਆਨੀਆਂ ਦੀਆਂ ਗਿਆਨ ਇੰਦਰੀਆਂ ਇਸ ਕਾਬਲ ਹੋ ਹੀ ਨਹੀਂ ਸਕਦੀਆਂ ਕਿ ਉਹ ਪਰਮੇਸ਼ਰ ਦੇ ਅਨੇਕ ਗੁਣਾਂ ਵਿੱਚੋਂ ਕਿਸੇ ਇੱਕ ਗੁਣ ਦਾ ਵਰਣਨ ਕਰ ਸਕਣ। ਅਸੀਂ ਇੱਕ ਗੁਣ ਦੱਸਦਾ ਜੀ 84 ਲੱਖ ਪ੍ਰਮਾਤਮਾ ਨੇ ਪੈਦਾ ਕੀਤੇ, ਇਹਦਾ ਮਤਲਬ ਭੇਦ ਪਾ ਲਿਆ। ਪਰਮਾਤਮਾ ਦਾ ਭੇਦ ਵਿਗਿਆਨੀਆਂ ਨੇ ਪਾ ਲਿਆ, ਰਿਸ਼ੀਆਂ ਨੇ ਪਾ ਲਿਆ। ਤੇ ਗੁਰਬਾਣੀ ਕੀ ਕਹਿੰਦੀ ਹੈ? ਗੁਰਬਾਣੀ ਕਹਿੰਦੀ ਹੈ ਕਿਆ ਹਮ ਜੀ ਜੰਤ ਬੇਚਾਰੇ। ਬਿਲਾਵਲ ਮਹੱਲਾ 5। ਕਿਆ ਹਮ ਜੀ ਜੰਤ ਬੇਚਾਰੇ ਵਰ ਨਾ ਸਾਕੈ ਏਕ ਰੁਮਾਈ। ਇੱਕ ਰੋਮ ਜਿੰਨੀ ਵੀ ਅਸੀਂ ਵਰਣਨ ਨਹੀਂ ਕਰ ਸਕਦੇ। ਬ੍ਰਹਮ ਮਹੇਸ਼ ਸਿੱਧ ਮੁਨ ਇੰਦਰਾ। ਬੇਅੰਤ ਠਾਕੁਰ ਤੇਰੀ ਗਤ ਨਹੀਂ ਪਾਈ। ਜੇ ਬ੍ਰਹਮਾ ਨੇ, ਮਹੇਸ਼ ਨੇ, ਸਿੱਧ ਨੇ, ਮੁਨੀਆਂ ਨੇ, ਇੰਦਰ ਨੇ, ਕਿਸੇ ਨੇ ਵੀ ਤੇਰੀ ਗਤ ਨਹੀਂ ਪਾਈ, ਤਾਂ ਫਿਰ ਕਿਸੇ ਵਿਅਕਤੀ ਵਿਸ਼ੇਸ਼ ਨੂੰ, ਚਾਹੇ ਉਹ ਰਿਸ਼ੀ ਹੋਵੇ ਚਾਹੇ ਸਾਇੰਸਦਾਨ ਹੋਵੇ, ਇਹ ਕ੍ਰੈਡਿਟ ਦੇਣਾ ਗਲਤ ਹੈ ਕਿ ਉਸਨੇ ਪ੍ਰਭੂ ਦਾ ਕੋਈ ਇੱਕ ਗੁਣ ਹਾਸਲ ਕਰ ਲਿਆ ਹੈ ਜਾਂ ਉਹਦੇ ਬਾਰੇ ਜਾਣਕਾਰੀ ਪਾ ਲਈ ਹੈ। ਅੰਡਜ, ਜੇਰਜ, ਉਤਬੁਜ, ਸੇਤਜ। ਖਾਨੀਆਂ ਦੀ ਗੱਲ ਕਰ ਰਹੇ ਸੀ। ਇਹ 4 ਖਾਨੀਆਂ ਨੇ। ਅੰਡਜ ਅੰਡੇ ਤੋਂ ਪੈਦਾ ਹੋਣ ਵਾਲੇ ਪਕਸ਼ੀ। ਜੇਰਜ ਅਸੀਂ ਲੋਕ ਪਸ਼ੂ। ਉਤਪੁਜ ਜਿਹੜੀ ਖੇਤੀਬਾੜੀ ਹੈ। ਸੇਤਜ ਜਿਹੜੇ ਕੀਟ ਪਸੀਨੇ ਤੋਂ ਨਿਕਲਦੇ ਹਨ, ਜਰਮ। ਇਸ ਤਰ੍ਹਾਂ ਦੇ ਚਾਰ ਤਰੀਕੇ ਨਾਲ ਜੰਤ ਪੈਦਾ ਕੀਤੇ ਹਨ। ਗੁਰਬਾਣੀ ਤਾਂ ਇਹੀ ਕਹਿੰਦੀ ਹੈ ਅੰਡਜ ਜੇਰਜ ਉਤਪੁਜ ਸੇਤਜ ਤੇਰੇ ਕੀਤੇ ਜਨਤਾ ਏਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹਿਰਵੰਤਾ। ਉਹ ਚਾਹੇ ਜੀਵ, ਚਾਹੇ ਸੇਤਜ ਹੈ, ਚਾਹੇ ਉਤਪੁਜ ਹੈ, ਚਾਹੇ ਜੇਰਜ ਹੈ, ਚਾਹੇ ਅੰਡਜ ਹੈ, ਉਹਨਾਂ ਚਾਰੇ ਖਾਨਿਆਂ ਚੋਂ ਜਿਸ ਖਾਨੇ ਚੋਂ ਮਰਜ਼ੀ ਉਤਪਤੀ ਹੋਈ ਹੋਵੇ, ਤੂੰ ਤਾਂ ਸਾਰਿਆਂ ਵਿੱਚ ਹੈ। ਇਹ ਗੁਰਬਾਣੀ ਇਸ ਗੱਲ ਦੀ ਪ੍ਰੋੜਤਾ ਕਰਦੀ ਹੈ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਮੈਂ ਮੂਰਖ ਕਿਸ ਦੀਜੈ। ਪ੍ਰਾਣਮਤ ਨਾਨਕ ਸੁਣ ਮੇਰੇ ਸਾਹਿਬਾ ਪ੍ਰਭੂ ਦਾ ਪੱਤਰ। ਫਿਰ ਅਸੀਂ ਪ੍ਰਮਾਤਮਾ ਦੀ ਸਿਫਤ ਨਾ ਜਾਣ ਪਾਉਣ ਦਾ ਗੁਰੂ ਆਸ਼ੇ। ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਭਰ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਈ। ਜਲ ਤੇ ਤ੍ਰਿਭਵਨ ਸਾਜਿਆ। ਹੁਣ ਇੱਥੇ ਜਲ ਤੋਂ ਤ੍ਰਿਭਵਨ ਸਾਜਿਆ ਮਤਲਬ ਜੀਵਾਂ ਦੀ ਉਤਪਤੀ ਜਲ ਤੋਂ ਹੀ ਹੋਈ ਹੈ। ਹੁਣ ਜਦੋਂ ਜਲ ਵਿੱਚ ਜੀਵਨ ਦੀ ਉਤਪਤੀ ਸ਼ੁਰੂ ਹੋਈ ਹੋਏਗੀ, ਉਦੋਂ ਤਾਂ ਗਿਣਤੀ ਕਿਤਨੀ ਹੋਈ ਹੋਏਗੀ? ਕਿਆ ਉਦੋਂ ਵੀ 42 ਲੱਖ ਦੀ ਗੱਲ ਕਰੀਏ? ਪਰਮੇਸ਼ਰ ਦੀ ਜੋਤ ਉਦੋਂ ਵੀ ਹਰ ਪ੍ਰਾਣੀ ਵਿੱਚ ਸਮਾਈ ਹੋਈ ਸੀ। ਤੇ ਇਹ ਸ਼ਲੋਕ ਮਾਲਾ ਪਹਿਲਾਂ ਦੀ ਬੇਨਤੀ ਸੀ ਜੀ ਮੇਰੀ। ਜੇਤਾ ਕੀਤਾ ਤੇਤਾ ਨਾਉ
विन नामे नाही को थाओ चेता कीता चेता नाओ। जितना भी उस ईश्वर ने पसार किया है उतना ही ਵੱਡਾ उसका नाम है, क्योंकि पसार दे हर तत्त दे विच ਉਹ ਸੁਭਾਇਮਾਨ है। विन नामे नाही को थाओ, उसकी नाम तो बिना, उसकी हाजिरी तो बिना, उपस्थिति तो बिना कोई थां है ही नहीं। कुदरत कवन का है विचार, वारे ना जमे एक बार, जो तुझ भावे शाही भलीकार, तू सदा सलामत निरंकार। ये कुदरत के वर्णन की गल गुरु नानक साहब ने भी जपजी साहब ਦੇ ਵਿੱਚ ਸਮਝਾਤੀ कि उस परमात्मा तो वारिया ना जावा एक बार भी नहीं वारिया जा सकता, उसकी कुदरत का विचार नहीं किया जा सकता। ਤਾਂ ਅਸੀਂ ਰਿਸ਼ੀਆਂ ਨੂੰ, ਸਾਇੰਸਦਾਨਾਂ ਨੂੰ ਇਸ ਬਾਰੇ ਬਹੁਤ ਸਿਆਣੇ ਨਾ ਸਮਝੀਏ। ਭਾਵ ਜਿਤਨਾ ਕੁਦਰਤ ਦਾ ਪਸਾਰਾ ਕਾਲ ਪੁਰਖ ਨੇ ਕੀਤਾ ਹੈ ਉਤਨਾ ਹੀ ਸਰੂਪ ਉਸਦਾ ਹੈ, ਉਸ ਤੋਂ ਬਾਹਰ ਕੁਝ ਨਹੀਂ। ਪ੍ਰਭੂ ਤੋਂ ਵਿਛੜਿਆ ਨਾਮ ਵਿਹੋਣੇ ਆਵਾਗਮਨ ਵਿੱਚ ਫਸੇ ਜੀਵ ਆਤਮਾ ਨੂੰ ਲੋਕ ਭਾਸ਼ਾ ਵਿੱਚ 84 ਦੇ ਗੇੜ ਵਿੱਚ ਫਸਿਆ ਕਹਿ ਸਕਦੇ ਹਾਂ। ਇਸ ਸਿਧਾਂਤ ਨੂੰ ਖੋਲ ਕੇ ਸਰਲ ਭਾਸ਼ਾ ਦੇ ਵਿੱਚ ਉਸ ਦਾ ਵਰਣਨ ਇਵੇਂ ਹੀ ਹੈ ਕਿ ਜਿਹੜਾ ਬੰਦਾ ਪ੍ਰਭੂ ਤੋਂ ਵਿਛੜਿਆ ਆਵਾਗਮਨ 'ਚ ਰਹੇਗਾ, ਅਸੀਂ ਆਪਣੀ ਭਾਸ਼ਾ 'ਚ ਕਹਿ ਸਕਦੇ ਹਾਂ 84 'ਚ ਫਸਿਆ ਹੈ। ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ, ਜਿੱਥੇ ਕਿਤੇ ਵੀ ਉਹਨੇ ਉਤਪਤੀ ਕੀਤੀ ਹੈ, ਜਿਸ ਤਰ੍ਹਾਂ ਦੀ ਵੀ ਉਤਪਤੀ ਕੀਤੀ ਹੈ, ਦੀਪਾਂ ਡੋਆਂ ਮੰਡਲਾਂ ਖੰਡਾਂ ਵਰਭੰਡਾਂ ਅੰਡਜ ਜੇਰਜ ਉਤ ਭੁਜਾਂ ਖਾਨੀ ਸੇਤ ਜਹਾਂ ਸੋ ਮਿਤ ਨਾਨੇ ਜਾਣੇ ਨਾਨਕਾ ਜਰ ਤਰਾ ਮੇਰਾ ਜਨਤਾ। ਸੋ ਮਿਤ ਜਾਣੇ ਨਾਨਕਾ ਤਰਾ ਮੇਰਾ ਜਨਤਾ। ਇੱਥੇ ਗੁਰੂ ਸਾਹਿਬ ਉਪਦੇਸ਼ ਕਰਦੇ ਹਨ ਕਿ ਜਿੱਥੇ ਵੀ, ਜਦੋਂ ਵੀ, ਜਿਵੇਂ ਵੀ, ਜਿੰਨੀ ਵੀ ਸਿਰਜਣਾ ਈਸ਼ਵਰ ਨੇ ਕੀਤੀ ਹੈ ਉਸ ਦੀ ਗਿਣਤੀ ਉਹੀ ਜਾਣਦਾ ਹੈ। ਇਸ ਤੋਂ ਕਲੀਅਰ ਹੈ ਕਿ 84 ਲੱਖ ਦਾ ਅੰਕੜਾ ਨਿਰਧਾਰਿਤ ਕਰਨ ਵਾਲੀ ਮਨੁੱਖੀ ਖੋਜ ਪ੍ਰਭੂ ਦੇ ਅਨੇਕ ਗੁਣਾਂ ਵਿੱਚੋਂ ਇੱਕ ਗੁਣ ਦੇ ਜਾਂਚ ਕੀਤੇ ਹੋਣ ਦਾ ਦਾਅਵਾ ਕਰਦੀ ਹੈ, ਜੋ ਕਿ ਸਿਆਣਪ ਦੀ ਗੱਲ ਨਹੀਂ ਹੈ। ਮੇਰਾ ਖਿਆਲ ਹੈ ਇਸ ਵਕਤव्य ਨਾਲ ਸੰਕਲਪ ਕਲੀਅਰ ਹੋਇਆ ਹੋਏਗਾ ਜੀ। ਭੁੱਲ ਚੁੱਕ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਡਾਕਟਰ ਤੇਜਿੰਦਰ ਸਿੰਘ ਖਾਲਸਾ ਜੀ। ਆਪ ਜੀ ਨੇ ਕਾਫੀ ਡਿਟੇਲ ਦੇ ਵਿੱਚ ਇਹ ਗੱਲ ਸੰਗਤਾਂ ਸਾਹਮਣੇ ਰੱਖੀ ਹੈ। ਗੁਰਬਾਣੀ ਦੇ ਪ੍ਰਮਾਣ ਵੀ ਵਰਤੇ ਹਨ ਕਿ ਜੋ ਜਪਜੀ ਸਾਹਿਬ ਵੀ ਸਤਿਗੁਰਾਂ ਨੇ ਸ੍ਰਿਸ਼ਟੀ ਰਚਨਾ ਦੇ ਬਾਰੇ ਗੱਲ ਕੀਤੀ ਸੀ, ਉਹਦੇ 'ਚ ਇਹ ਵੀ ਗੱਲ ਕਵਰ ਹੋ ਜਾਂਦੀ ਹੈ ਕਿ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਏ। ਉਹਨੇ ਕਿਸ ਤਰ੍ਹਾਂ ਕਿੰਨੀ ਮਿਕਦਾਰ ਦੇ ਅੰਦਰ ਕਿਸ ਤਰ੍ਹਾਂ ਉਹਨੇ ਸਾਜੀ ਹੈ। ਜਿਵੇਂ ਡਾਕਟਰ ਸਾਹਿਬ ਨੇ ਹੁਣੇ ਪਰਮਾਰ ਦਿੱਤਾ ਹੈ ਕਿ ਸਰਾ ਮੇਰਾ ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ, ਕਿ ਕਿੰਨੇ ਪਹਾੜ ਬਣਾਏ ਹਨ, ਕਿੰਨੇ ਜੀ ਜੰਤ ਬਣਾਏ ਹਨ, ਕਿੰਨੇ ਸਮੁੰਦਰ ਬਣਾਏ ਹਨ, ਕਿੰਨੀ ਵੀ ਸਾਰੀ ਕੁਦਰਤ ਹੈ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਤੋ ਇਹ 84 ਲੱਖ ਜੂਨਾਂ ਦੇ ਚੱਕਰਾਂ ਦੇ ਵਿੱਚ ਜੋ ਕਿ ਸਨਾਤਨੀ ਵਿਚਾਰਧਾਰਾ ਹੈ, ਉਸ ਦੇ ਵਿੱਚ ਸਿੱਖ ਵਿਚਾਰਧਾਰਾ ਜਿਹੜੀ ਇਸ ਗੱਲ ਨੂੰ ਨਹੀਂ ਮੰਨਦੀ ਹੈਗੀ। ਅਸੀਂ ਕਹਿੰਦੇ ਕਿ ਉਹ ਪਰਮਾਤਮਾ ਹੀ ਜਾਣਦਾ ਹੈ ਕਿ ਉਹਨੇ ਕਦੋਂ ਸ੍ਰਿਸ਼ਟੀ ਸਾਜਨਾ ਕੀਤੀ, ਕਿਵੇਂ ਸ੍ਰਿਸ਼ਟੀ ਦੀ ਸਾਜਨਾ ਕੀਤੀ ਤੇ ਕਿੰਨੀ ਚੀਜ਼ਾਂ ਉਹਨੇ ਸ੍ਰਿਸ਼ਟੀ ਸਾਜੀ। ਇੱਕ ਹੋਰ ਪੰਕਤੀ ਬਾਣੀ ਵਿੱਚ ਆਉਂਦੀ ਹੈ ਕਿ ਜੋ ਕੁਝ ਪਾਇਆ ਸੋ ਏਕਾ ਵਾ, ਕਿ ਜੋ ਕੁਝ ਵੀ ਉਸਨੇ ਸਾਡੇ ਵਾਸਤੇ ਖਾਣ ਪੀਣ ਦਾ ਆਹਾਰ ਪੈਦਾ ਕੀਤਾ ਹੈ, ਉਹ ਸਾਡੇ ਘਰਾਂ ਦੇ ਸਾਨੂੰ ਗਰੋਸਰੀ ਵਾਸਤੇ ਜਾਣਾ ਪੈਂਦਾ ਹੈ, ਲੇਕਿਨ ਉਹ ਅਕਾਲ ਪੁਰਖ ਨੇ ਜੋ ਸਾਨੂੰ ਸਾਜ ਕੇ ਦਿੱਤਾ ਹੈ ਉਹ ਇੱਕੋ ਵਾਰੀ ਸਾਜ ਕੇ ਦਿੱਤਾ ਹੈ। ਜਲ ਦਿੱਤਾ ਹੈ, ਵਾਯੂ ਦਿੱਤੀ ਹੈ, ਹੋਰ ਜਿੰਨੇ ਵੀ ਚੀਜ਼ਾਂ ਹਨ ਸਾਡੇ ਵਾਸਤੇ, ਉਹ ਸਾਰੇ ਧਰਤੀ ਦੇ ਅੰਦਰ ਫਲ ਫਰੂਟ ਹਨ, ਵੈਜੀਟੇਸ਼ਨ ਹਨ, ਸਭ ਕੁਝ ਜਿਹੜੀ ਹੈ ਉਹ ਇੱਕੋ ਵਾਰੀ ਸੈੱਟ ਕੀਤਾ ਹੋਇਆ ਹੈ। ਤੋ ਇਹਦੇ ਵਿੱਚ ਬੜਾ ਵਧੀਆ ਤਰੀਕੇ ਨਾਲ ਡਾਕਟਰ ਸਾਹਿਬ ਨੇ ਸਮਝਾਇਆ ਕਿ 84 ਲੱਖ ਜੂਨਾਂ ਦੇ ਚੱਕਰਾਂ 'ਚ ਅਸੀਂ ਨਹੀਂ ਪੈਣਾ ਹੈ। ਤਾਂ ਅਗਲਾ ਇੱਕ ਸਵਾਲ ਲਈਏ ਜਿਹੜਾ ਬੜਾ ਹੀ ਇੰਪੋਰਟੈਂਟ ਹੈ। ਵੈਸੇ ਸਾਰੇ ਸਵਾਲ ਇੰਪੋਰਟੈਂਟ ਸਨ ਕਿ ਗੁਰਬਾਣੀ ਵਿੱਚ ਕੁਝ ਅਜਿਹੇ ਸ਼ਬਦ ਆਏ ਹਨ ਜਿਨ੍ਹਾਂ ਦੀ ਲਿਖਣ ਸ਼ੈਲੀ ਔਰ ਕਲਾ ਦੇ ਨਾਲ ਲਗਾ ਮਾਤਰਾ ਦੇ ਵਿੱਚ ਇੱਕੋ ਜਿਹਾ ਲੱਗਦਾ ਹੈ, ਲੇਕਿਨ ਉਹਨਾਂ ਦੇ ਅਰਥ ਭਾਵ ਜਿਹੜੇ ਹਨ ਉਹ ਫਰਕ ਵਿੱਚ ਹੁੰਦੇ ਹਨ। ਤੋ ਇਹ ਆਮ ਜਿਹੜੇ ਸਹਿਜ ਪਾਠ ਕਰਨ ਵਾਲੇ ਮੇਰੇ ਵੀਰ ਹਨ, ਉਹਨਾਂ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਜਦੋਂ ਸਹਿਜ ਪਾਠ ਕਰਦੇ ਹਨ ਕਿ ਇਹ ਇੱਕੋ ਜਿਹੇ ਸ਼ਬਦ ਹਨ। ਜੇ ਉਹ ਸਹਿਜ ਪਾਠ ਕਰਦੇ ਆ, ਪੰਕਤੀਆਂ ਨੋਟ ਕਰ ਲੈਂਦੇ ਤੇ ਉਹਦੇ ਅਰਥ ਅਗਰ ਦੇਖਣਗੇ ਤੇ ਉਹਨਾਂ ਨੂੰ ਪਤਾ ਲੱਗੇਗਾ ਵੀ ਇਹ ਜਿਹੜੀਆਂ ਪੰਕਤੀਆਂ ਦੇ ਅਰਥ ਅਲੱਗ ਹਨ, ਲੇਕਿਨ ਉਹਨਾਂ ਦੀ ਜਿਹੜੀ ਬਣਤਰ ਹੈ ਉਹ ਇੱਕੋ ਜਿਹੀ ਹੈ। ਤੋ ਇਸ ਬਾਰੇ ਆਪ ਜੀ ਨਾਲ ਵਿਚਾਰ ਡਿਟੇਲ ਵਿੱਚ ਸਰ ਕਿੱਕਰ ਸਿੰਘ ਜੀ ਸਾਂਝੇ ਕਰਨਗੇ। ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਇਸ ਸਵਾਲ ਦਾ ਜਵਾਬ ਦੇਣ। ਵੀਰ ਕਿੱਕਰ ਸਿੰਘ ਜੀ।
ਅਨਮਿਊਟ ਕਰ ਲਓ ਵੀਰ ਜੀ ਹਰਕਿਕਰ ਸਿੰਘ ਜੀ। ਹਾਂਜੀ ਕਰਦੇ ਹਾਂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ। ਜੀ ਕੀ ਫਤਿਹ। ਮੈਂ ਮਾਫੀ ਮੰਗਦਾ ਜੀ, ਮੈਂ ਉਹਨੀ ਤਿਆਰੀ ਨਹੀਂ ਕਰ ਸਕਿਆ। ਕੱਲ ਬੁਖਾਰ ਸੀ, ਕੱਲ ਮੈਂ ਕਹਿ ਰਿਹਾ ਅੱਜ ਵੀ ਅੱਧਾ ਕੁ ਦਿਨ ਬੁਖਾਰ ਸੀਗਾ, ਹੁਣ ਠੀਕ ਆ ਕੁਛ। ਤੇ ਹੋ ਸਕਦਾ ਕੋਈ ਗਲਤੀਆਂ ਵੀ ਹੋ ਜਾਣ, ਮੈਂ ਪਹਿਲਾਂ ਹੀ ਮਾਫੀ ਮੰਗ ਲੈਣਾ ਜੀ ਸੰਗਤ ਤੋਂ। ਤੇ ਵੀਰ ਜੀ ਨੇ ਜੋ ਸਵਾਲ ਕੀਤਾ ਹੈ ਕਿ ਗੁਰਬਾਣੀ ਦੇ ਵਿੱਚ ਵੇਖਣ ਨੂੰ ਸ਼ਬਦ ਇੱਕੋ ਜਿਹੇ ਲੱਗਦੇ ਆ, ਲੇਕਿਨ ਉਹਨਾਂ ਦੇ ਅਰਥ ਜਿਹੜੇ ਵੱਖ-ਵੱਖ ਹੁੰਦੇ ਆ। ਤੇ ਇਹ ਆਪਾਂ ਕੁਝ ਕੀ ਵਿਚਾਰਾਂਗੇ, ਸਾਰਾ ਤਾਂ ਮੈਟਰ ਅੱਜ ਨਹੀਂ ਹੋਣਾ ਸਮੇਂ ਦੀ ਘਾਟ ਕਰਕੇ। ਸੋ ਗੁਰਬਾਣੀ ਵਿੱਚ ਇੱਕ ਇੱਕ ਸ਼ਬਦ ਦੇ ਕਈ ਅਰਥ ਹੁੰਦੇ ਹਨ, ਉਹਨਾਂ ਦਾ ਉਚਾਰਨ ਵੀ ਵੱਖਰਾ ਵੱਖਰਾ ਹੁੰਦਾ ਹੈ। ਤੇ ਜਿਵੇਂ ਗੁਰੂ ਸਾਹਿਬ ਦਾ ਹੁਕਮ ਹੈ, ਅਕਲੀ ਪੜ੍ਹ ਕੇ ਬੁੱਝੀਐ, ਭਾਵ ਬਾਣੀ ਨੂੰ ਅਕਲ ਨਾਲ ਪੜ੍ਹਨਾ ਚਾਹੀਦਾ ਹੈ। ਅਕਲੀ ਕੀਚੈ ਦਾਨ। ਸੋ ਸਭ ਤੋਂ ਪਹਿਲਾਂ ਪੰਕਤੀ ਦੇ ਅਰਥ, ਫਿਰ ਪਤਾ ਲੱਗਦਾ ਹੈ ਕਿਸ ਤਰ੍ਹਾਂ ਉਚਾਰਨ ਕਰਨਾ ਹੈ। ਸੋ ਅਰਥ ਆਉਣੇ ਜ਼ਰੂਰੀ ਆ। ਜੇ ਸਾਨੂੰ ਅਰਥ ਨਹੀਂ ਆਉਂਦੇ ਤਾਂ ਫਿਰ ਅਸੀਂ ਜਿਹੜਾ ਸ਼ੁੱਧ ਉਚਾਰਨ ਨਹੀਂ ਕਰ ਸਕਾਂਗੇ। ਸੋ ਪਹਿਲਾ ਹੈ ਜੀ ਗਲੀ। ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ। ਇੱਥੇ ਗਲੀ ਦਾ ਅਰਥ ਰਸਤਾ। ਆਮ ਪਿੰਡਾਂ ਦੇ ਵਿੱਚ ਗਲੀਆਂ ਰਸਤਾ ਹੁੰਦਾ, ਬੀਹੀ ਵੀ ਕਹਿੰਦੇ ਆ ਗਲੀ। ਤੇ ਅੱਗੇ ਹੈ ਜੀ ਇਸੇ ਸ਼ਬਦ ਨੂੰ ਲਿਖਿਆ ਉੱਥੇ ਵੀ ਗਲੀ ਹੈ, ਪਰ ਉਹਦਾ ਉਚਾਰਨ ਗਲੀ ਕਰਨਾ ਹੈ। ਗਲੀ ਜਿਨ੍ਹਾਂ ਜਪ ਮਾਲੀਆਂ, ਭਾਵ ਗਲਾਂ ਦੇ ਵਿੱਚ ਜਿਨ੍ਹਾਂ ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨਿਭਗ। ਗਲੀ ਤੋਂ ਭਾਵ ਗਲਾਂ ਵਿੱਚ। ਅੱਗੇ ਹੈ ਜੀ ਇਹੀ ਸ਼ਬਦ ਹੈ ਲਿਖਿਆ ਉੱਥੇ ਵੀ ਗਲੀ ਹੈ। ਗੱਲੀਂ ਅਸੀਂ ਚੰਗੀਆਂ ਆਚਾਰੀ ਬੁਰੀਆਂ। ਗੱਲੀਂ ਬਾਤੀਂ ਤਾਂ ਅਸੀਂ ਬਹੁਤ ਚੰਗੇ ਬਣਦੇ ਹਾਂ, ਪਰ ਆਚਰਨ ਕਰਕੇ ਜੀਵ ਰੂਪੀ ਇਸਤਰੀਆਂ ਅਸੀਂ ਬੁਰੀਆਂ। ਇੱਥੇ ਗੱਲੀਂ ਗੱਲਾਂ ਨਾਲ, ਗੱਲਾਂ ਬਾਤਾਂ ਨਾਲ। ਸੋ ਇੱਕੋ ਸ਼ਬਦ ਦੇ ਤਿੰਨ ਅਰਥ ਹੋ ਗਏ, ਤੇ ਇਸ ਕਰਕੇ ਗੁਰਬਾਣੀ ਬੜੀ ਧਿਆਨ ਨਾਲ ਪੜ੍ਹਨ ਦੀ ਲੋੜ ਹੈ। ਅੱਗੇ ਹੈ ਜੀ ਸ਼ਬਦ ਸਾਈ। ਜੋ ਤੁਧ ਭਾਵ ਹੈ ਸਾਈ ਭਲੀ ਕਾਰ, ਸਾਈ ਮੈਨੇ ਉਹੀ। ਅੱਗੇ ਹੈ ਜੀ ਇਹੀ ਸ਼ਬਦ ਹੈ ਸਾਈ ਨਾਮ ਅਮੋਲ, ਕੀਮਨਾ ਕੋਈ ਜਾਣ ਦੋ। ਕੀ ਮੈਨੇ ਕੀਮਤ, ਸਾਈ ਮੈਨੇ ਮਾਲਕ ਪਰਮਾਤਮਾ। ਸਾਈਂ ਦਾ ਨਾਮ ਅਮੋਲ ਹੈ, ਉਹਦੀ ਕੋਈ ਕੀਮਤ ਨਹੀਂ ਹੈ। ਅੱਗੇ ਹੈ ਜੀ ਗਾਈ। ਨਾਨਕ ਹਰ ਗੁਣ ਨਿਰਭਉ ਗਾਈ, ਮਤਲਬ ਗਾਇਨ ਕੀਤਾ। ਭੂਤਕਾਲ ਦੀ ਕਿਰਿਆ ਹੈ, ਪਰਮਾਤਮਾ ਦੇ ਨਿਰਭਉ ਦੇ ਗੁਣ ਗਾਇਨ ਕੀਤੇ। ਅੱਗੇ ਹੈ ਜੀ ਦੇਖਤ ਸਿੰਘ ਚਰਾਵਤ ਗਾਈ। ਇੱਥੇ ਗਾਈ ਉਚਾਰਨ ਕੀਤਾ, ਗਾਈ ਭਾਵ ਗਊਆਂ ਨੂੰ। ਤੇ ਅੱਗੇ ਹੈ ਜੀ ਡੱਡਾ। ਡੱਡਾ ਅੱਖਰ ਵੀ ਹੈ ਤੇ ਡੱਡਾ ਡੱਡਾ ਵੀ ਹੈ। ਡੱਡਾ ਡਰ ਉਪਜੈ ਡਰ ਜਾਈ। ਇੱਥੇ ਡੱਡਾ ਅੱਖਰ ਹੈ ਪਹਿਲਾ। ਦੂਜਾ ਹੈ ਜੀ ਹੰਸਾਂ ਹੀਰਾ ਮੋਤੀ ਚੁਗਣਾ, ਬਗ ਡੱਡਾਂ ਭਾਲਣ ਜਾਵੇ। ਬਗ ਤੋਂ ਭਾਵ ਬਗਲਾ, ਉਹ ਡੱਡਾਂ ਭਾਲਣ ਜਾਂਦਾ। ਸੋ ਇੱਥੇ ਉਚਾਰਨ ਡੱਡਾਂ ਕਰਨਾ, ਲੇਕਿਨ ਲਿਖਿਆ ਡੱਡਾ ਹੀ ਆ। ਅੱਗੇ ਹੈ ਜੀ ਪੰਜਵਾਂ ਰਾਜਾ। ਰਾਰੇ ਨੂੰ ਕੰਨਾ, ਜੱਜੇ ਨੂੰ ਕੰਨਾ। ਹਰ ਜੀਓ ਤੇਰੀ ਦਾਤੀ ਰਾਜਾ, ਮੈਂ ਤੇਰੀਆਂ ਦਾਤਾਂ ਨਾਲ ਰੱਜ ਜਾਂਦਾ ਹਾਂ। ਇੱਥੇ ਰਾਜਾਂ। ਅੱਗੇ ਹੈ ਜੀ ਜਿਉਂ ਸੁਪਨੇ ਹੋਏ ਬੈਸਤ ਰਾਜਾ। ਰਾਜਾ ਇੱਥੇ ਦੁਨਿਆਵੀ ਰਾਜਾ, ਬਾਦਸ਼ਾਹ। ਇੱਥੇ ਰਾਜਾ ਉੱਪਰ ਰਾਜਾਂ। ਮੋਰੀ। ਗੁਣ ਕੀਰਤ ਨਿਧ ਮੋਰੀ। ਮੋਰੀ ਮੈਨੇ ਮੇਰੀ, ਮੇਰੇ ਲਈ। ਅੱਗੇ ਹੈ ਜੀ ਇਹੀ ਸ਼ਬਦ ਹੈ ਮੋਰੀ ਰੁਣ ਚੁਣ ਲਾਇਆ, ਭੈਣੇ ਸਾਵਨ ਆਇਆ। ਮੋਰਾਂ ਨੇ ਰੁਣ ਚੁਣ ਲਾਇਆ। ਸਾਵਨ ਦੇ ਵਿੱਚ ਆਮ ਮੋਰ ਬੋਲਦੇ ਆ, ਬੜੇ ਸੋਹਣੇ ਲੱਗਦੇ ਆ। ਗੁਰ ਦਿਖਲਾਈ ਮੋਰੀ। ਤੀਜਾ ਸ਼ਬਦ ਹੈ ਜੀ ਗੁਰ ਦਿਖਲਾਈ ਮੋਰੀ। ਮੋਰੀ ਮੈਨੇ ਕਮਜ਼ੋਰੀ। ਆਮ ਮੋਰੀ ਨੂੰ ਅਸੀਂ ਸੁਰਾਖ ਵੀ ਕਹਿ ਦਿੰਦੇ ਹਾਂ, ਅੰਗਰੇਜ਼ੀ 'ਚ ਹੋਲ ਕਹਿ ਦਿੰਦੇ ਹਾਂ, ਕਮਜ਼ੋਰੀ। ਅੱਗੇ ਹੈ ਜੀ ਹਾਥੀ। ਸੰਸਾਰ ਸਾਗਰ ਤੇ ਕੱਢ ਦੇ ਹਾਥੀ, ਹੱਥਾਂ ਨਾਲ। ਇਹ ਮਾਲਕ, ਇਹ ਪ੍ਰਭੂ ਪਰਮਾਤਮਾ ਜੀ, ਮੈਨੂੰ ਆਪਣੇ ਹੱਥਾਂ ਨਾਲ ਕੱਢ ਦੇਵੋ। ਸੰਸਾਰ ਸਾਗਰ ਤੇ ਕੱਢ ਦੇ ਹਾਥੀ। ਕਹਾਂ ਭਇਓ ਦਰ ਬਾਂਧੇ ਹਾਥੀ। ਹਾਥੀ ਇੱਥੇ ਜਾਨਵਰ ਹੈ, ਆਪਾਂ ਸਾਰੇ ਵਾਕਫ ਹਾਂ। ਬਾਤੀ। ਜੋ ਤੁਮ ਦੀਵਰਾ ਤੋ ਹਮ ਬਾਤੀ। ਬਾਤੀ ਤੋਂ ਭਾਵ ਬੱਤੀ, ਦੀਵੇ ਦੀ ਬੱਤੀ। ਦੀਵਰਾ ਦੀਵਾ,
ਤੇ ਬਾਤੀ ਬੱਤੀ। ਜੇ ਬਹੁ ਤੇਰਾ ਲੋਚੀ ਹੈ ਬਾਤੀ ਮੇਲ ਨਾ ਹੋਈ। ਲਿਖਿਆ ਬਾਤੀ ਹੈ ਲੇਕਿਨ ਉਚਾਰਨ ਬਾਤੀ ਕਰਨਾ, ਬਾਤਾਂ ਨਾਲ, ਗੱਲਾਂ ਬਾਤਾਂ ਨਾਲ। ਪੁੱਤਰੀ, ਗਾਛੋ ਪੁੱਤਰੀ ਰਾਜ ਕੁਆਰ। ਪੁੱਤਰੀ ਧੀ ਨੂੰ ਕਿਹਾ ਜਾਂਦਾ। ਤੇ ਅੱਗੇ ਹੈ ਜੀ ਪੁੱਤਰੀ ਕੌਲ ਨਾ ਪਾਲਿਓ। ਪੁੱਤਰਾਂ ਨੇ, ਕੌਲ ਮਤਲਬ ਬਚਨ, ਨਾ ਪਾਲਿਓ ਨਹੀਂ ਮੰਨਿਆ। ਸ਼ਾਰ ਕੀ ਪੁੱਤਰੀ ਪਰਮਗਤ ਪਾਈ। ਪੁੱਤਰੀ ਭਾਵ ਪੁਤਲੀ, ਇਹ ਦੇਹੀ ਕਾਇਆ। ਸ਼ਾਰ ਕੀ ਪੁੱਤਰੀ। ਗੋਰੀ, ਕੂੜਾ ਸੌਦਾ ਕਰ ਗਏ ਗੋਰੀ ਆਏ ਪਏ। ਗੋਰੀ ਭਾਵ ਗੋਰਾਂ ਵਿੱਚ, ਕਬਰਾਂ ਵਿੱਚ। ਗੋਰੀ ਆਏ ਪਏ। ਗੋਰੀ ਸੇਤੀ ਟੁੱਟੇ ਪਤਾਰ। ਗੋਰੀ ਇੱਥੇ ਇਸਤਰੀ ਘਰ ਵਾਲੀ, ਸੋਹਣੀ ਇਸਤਰੀ। ਪਾਣੀ ਮੈਲਾ ਮਾਟੀ ਗੋਰੀ। ਗੋਰੀ ਤੋਂ ਭਾਵ ਲਾਲ, ਇਹ ਇੱਥੇ ਵੀ ਚਿੱਟੀ ਆ। ਪਾਣੀ ਮੈਲਾ ਮਾਟੀ ਗੋਰੀ ਆ। ਇਹਦੇ ਵੀ 3 ਅਰਥ ਹੈ। ਅੱਗੇ ਹੈ ਜੀ ਘੜੀ, ਸਫਲ ਮੂਰਤ, ਸਫਲ ਉਹ ਘੜੀ। ਘੜੀ ਤੋਂ ਭਾਵ ਘੜੀ, ਜਿਵੇਂ ਕਿ 24 ਮਿੰਟ ਦੀ ਘੜੀ ਪੁਰਾਣੇ ਸਮਿਆਂ ਦੇ ਵਿੱਚ ਹੁੰਦੀ ਸੀ ਤੇ 2.5 ਘੜੀਆਂ ਦਾ 1 ਘੰਟਾ ਹੁੰਦਾ ਸੀ। ਸੋ ਉਹ ਘੜੀ। ਜਿਨ ਕੇ ਬੰਕੇ ਘੜੀ ਨਾ ਆਇਆ। ਘੜੀ ਭਾਵ ਘਰਾਂ ਦੇ ਵਿੱਚ। ਤਿਨ ਕਿਉਂ ਰੈਣ ਵਿਹਾਣੀ। ਅੱਗੇ ਹੈ ਜੀ ਅੰਨੀ, ਝੂਠ ਨਾ ਅੰਨੀ, ਝੂਠ ਨਾ ਨਾਈ। ਅੰਨੀ ਭਾਵ ਅਨਾਜਾਂ ਵਿੱਚ। ਇਹਦਾ ਵੀ ਬਹੁਵਚਨ ਹੈ। ਅਨਾਜਾਂ ਵਿੱਚ ਸਾਰੇ ਜੋ ਅਨਾਜ ਹੈ ਉਹਨਾਂ ਦੇ ਵਿੱਚ ਵੀ ਝੂਠ ਨਹੀਂ ਹੈ। ਦੂਜੀ ਦੁਰਮਤ ਅੰਨੀ ਬੋਲੀ। ਇੱਥੇ ਅੰਨੀ ਪੜ੍ਹਨਾ। ਅੰਨਾ ਤੇ ਅੰਨੀ ਭਾਵ ਜੀ ਨੂੰ ਨਜ਼ਰ ਨਾ ਆਉਂਦਾ ਹੋਵੇ। ਦੁਰਮਤ ਭੈੜੀ ਮਤ। ਜਿਸੋ ਚੰਦਾ ਉਗਵੇ ਸੂਰਜ ਚੜੇ 1000। ਜੇ 100, 100 ਮੈਨੇ ਸੈਂਕੜੇ। ਅੱਗੇ ਹੈ ਜੀ ਹਰ ਭਗਤਾਂ ਕਾ ਮੇਲੀ ਸਰਬੱਤ ਸੌ ਨਿਸਲ ਜਨ ਟੰਗ ਧਰ। 100 ਮੈਨੇ ਸੌ, ਆਰਾਮ ਕਰ, ਸੌ ਜਾ। 100 ਮੈਨੇ ਸੌਣਾ, ਆਪਾਂ ਸਾਰੇ ਜਾਣਦੇ ਹਾਂ। ਉੱਪਰ 100 ਸੀ, ਇੱਥੇ 100 ਆ। ਸੌਂਦੇ, ਸੌਦੇ ਕੋ ਧਾਵੈ ਬਿਨ ਪੂੰਜੀ। ਸੌਦਾ, ਅਸੀਂ ਆਮ ਦੁਕਾਨ ਤੋਂ ਸੌਦਾ ਖਰੀਦਣ ਜਾਂਦੇ ਹਾਂ, ਕੋਈ ਚੀਜ਼ ਲੈਣੀ ਹੋਵੇ ਤੇ ਸੌਦੇ ਕੋ ਧਾਵੈ ਬਿਨ ਪੂੰਜੀ। ਪੱਲੇ ਪੂੰਜੀ ਨਹੀਂ, ਪਰ ਸੌਦਾ ਲੈਣ ਖਰੀਦਣ ਜਾਂਦਾ ਮਨੁੱਖ। ਅੱਗੇ ਹੈ ਜੀ ਸੌਂਦੇ ਵਾਹ ਵਾਹ ਉਚਰੇ, ਉੱਡਦੇ ਪੀ ਵਾਹ ਕਰੇਨ। ਸੌਂਦੇ ਭਾਵ ਸੌਂਦੇ ਹੋਏ, ਸੌਣ ਵੇਲੇ। ਹਰ ਸਮੇਂ ਵਾਹ ਵਾਹ ਕਰਦੇ ਹਨ ਤੇ ਉੱਠਣ ਵੇਲੇ ਵੀ ਉੱਠਦੇ ਪੀ ਵਾਹ ਕਰੇਨ। ਸੀਤਲ ਸ਼ਾਂਤ ਗੁਰ ਤੇ ਪ੍ਰਭ ਜਾਤੇ। ਸ਼ਾਂਤ ਮੈਨੇ ਸ਼ਾਂਤ, ਠੰਡ, ਸ਼ਾਂਤ ਸੁਭਾਅ। ਸੀਤਲ ਸ਼ਾਂਤ ਗੁਰ ਤੇ ਪ੍ਰਭ ਜਾਤੇ। ਅੱਗੇ ਹੈ ਜੀ ਇਹੀ ਸ਼ਬਦ ਹੈ। ਪਤਤ ਪਾਵਨ ਭਗਤ ਵਿਸ਼ਲ ਨਾਨਕ ਮਿਲਿਐ ਸੰਗ ਸਾਥ। ਸਾਥ ਇੱਥੇ ਸੱਤ, ਸੱਚ। ਸਾਥ ਭਾਵ ਸਤ ਸੰਗ। ਮੇਰੇ ਸਤਿਗੁਰਾ ਹਉ ਤੁਧ ਵਿਟੋਂ ਕੁਰਬਾਨ। ਹਉ ਮੈਨੇ ਮੈਂ ਤੇਰੇ ਉੱਤੋਂ ਕੁਰਬਾਨ। ਕਾਹੇ ਪੂਤ ਝਗੜਤ ਹੋ ਸੰਗ ਬਾਪ। ਝਗੜਾ ਕਰਦੇ ਹੋ। ਜਿਹੜਾ ਹੋ ਹੈ ਇਹ ਸਹਾਇਕ ਕਿਰਿਆ ਕਹਿੰਦੇ ਆ। ਜਿਹੜੀ ਮੂਲ ਕਿਰਿਆ ਹੈ ਉਹ ਝਗੜਾ ਕਰਨਾ, ਤੇ ਝਗੜਾ ਕਰਦੇ ਹੋ ਇਹ ਸਹਾਇਕ ਕਿਰਿਆ। ਕਾਹੇ ਪੂਤ ਝਗੜਤ ਹੋ ਸੰਗ ਬਾਪ। ਅੱਗੇ ਜਿਹਵੇ ਅੰਮ੍ਰਿਤ ਗੁਣ ਹਰ ਗਾਓ। ਗਾਓ ਮੈਨੇ ਗਾਇਨ ਕਰੋ, ਇਹ ਕਿਰਿਆ ਹੋ ਗਈ। ਕਬੀਰ ਸੰਤਨ ਕੀ ਝੁੰਗੀਆ ਭਲੀ ਭੱਟ ਕੁਸੱਤੀ ਗਾਉ। ਗਾਉ ਇੱਥੇ ਪਿੰਡ ਆ ਗਿਆ ਜੀ। ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ। ਗੋਲਾ ਹੁੰਦਾ ਤੋਪ ਦਾ ਗੋਲਾ। ਤੇ ਅੱਗੇ ਇਹੀ ਸ਼ਬਦ ਹੈ ਜੀ ਮੁੱਲ ਖਰੀਦੀ ਲਾਲਾ ਗੋਲਾ। ਇੱਥੇ ਨੂੰ ਗੋਲਾ ਪੜ੍ਹਨਾ, ਗੋਲਾ ਨਹੀਂ ਪੜ੍ਹਨਾ। ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ। ਗੋਲਾ ਮੈਨੇ ਗੁਲਾਮ। ਝੂਠ ਬਾਤ ਸਾਥ ਸੱਚ ਕਰ ਜਾਤੀ। ਜਾਤੀ ਮੈਨੇ ਜਾਣੀ ਭਾਵ ਸੱਚ ਕਰਕੇ ਮੰਨ ਲਈ। ਹਉ ਵਿੱਚ ਜਾਤੀ ਜਿਣਸੀ ਖੋਵੇ। ਹਉ ਵਿੱਚ ਜਾਤੀ ਜਿਣਸੀ ਖੋਵੇ ਭਾਵ ਜਾਤਾਂ ਜਿਣਸਾਂ ਜਾਤ ਪਾਤ ਇਹ ਹੈ ਜੀ। ਜੋ ਤੁਮ ਤੀਰਥ
तो हम जाति। जाति ਦੇ ਵੀ ਤਿੰਨ ਅਰਥ ਹੈ ਜੀ। ਜਾਤੀ मैंने यात्री, तो हम जाति। जाति मैंने यात्री। जो तन चीरे अंग ना मोरों, जो मैंने जेकर। अगे है जी कबीर, साधु की संगत रहो, जौ की भूसी खाओ। जौ मैंने अनाज है, कणक जौ सरों ਆਪਾਂ ਆਮ ਹਾੜੀ ਦੀਆਂ ਫਸਲਾਂ ਦੇ ਵਿੱਚ ਜੌਂ ਆਉਂਦਾ। दान दैत निंदक को जाम। दैत मैंने दिंदे ਹਨ। ਜਿਹੜਾ ਡੰਡ ਦਿੰਦੇ ਹਨ। ਹਰ ਸਿਮਰਤ ਦੈਂਤ ਦਿਓ ਨਾ ਪੋਹੈ। ਪਰਮਾਤਮਾ ਦਾ ਸਿਮਰਨ ਕਰਨ ਨਾਲ ਦੈਂਤ ਜਿਹੜੇ ਦਿਓ ਹੈ ਉਹ ਨੇੜੇ ਵੀ ਨਹੀਂ ਢੁਕਦੇ, ਉਹ ਨਹੀਂ ਸਕਦੇ। ਦੈਂਤ ਇੱਥੇ ਬਿੰਦੀ ਲਾ ਕੇ ਉਚਾਰਨ ਕਰਨਾ। ਦੇਸਾਂ लिखा देसा है, पर उच्चारण देसा करना है। हाँ क्या मुँह देसा दुष्ट चोर। देसा मैंने क्रिया देवा, मैं की मुँह दिखावा, केड़ा मुँह लैके जावा, क्योंकि मैं दुष्ट हाँ, माड़ा हाँ, चोर हाँ। हाँ पापी तुम पाप खंडन, निको ठाकुर देसा। देसा मैंने देश मुल्क। अगे है जी बैल को नित्रा पाए दोहावे। नित्रा हुंदा है ਰੱਸੀ। ਆਮ ਪਿੰਡਾਂ ਦੇ ਵਿੱਚ ਜਿਹੜਾ ਥੋੜ੍ਹਾ ਬਹੁਤਾ ਪਸ਼ੂ ਖਰਾਬ ਕਰਦਾ ਹੈ ਉਹਨੂੰ ਚੋਣ ਵੇਲੇ ਨੇਤਰਾ ਪਾਲਿਆ ਜਾਂਦਾ। ਰੱਸੀ ਪਾ ਕੇ ਉਹਨੂੰ ਚੋਂਦੇ ਆ। ਤੇ ਬਿਨ ਨੇਤਰਾਂ ਕਹਾਂ ਕੋ ਭਿੱਖ। ਨੇਤਰਾਂ ਭਾਵ ਅੱਖਾਂ। ਨੇਤਰਾਂ ਤੋਂ ਬਿਨਾਂ ਕੋਈ ਵੀ ਜਿਹੜਾ ਆਦਮੀ ਹੈ ਉਹ ਦੇਖ ਨਹੀਂ ਸਕਦਾ ਹੈ। ਸੋ ਇੰਨੇ ਕੁ ਸ਼ਬਦ ਮੈਂ ਤਿਆਰ ਕੀਤੇ ਸੀ। ਬਾਕੀ ਹੋਰ ਵੀ ਹੈ ਜੀ, ਜੇ ਕਿਤੇ ਸਮਾਂ ਮਿਲਿਆ ਤਾਂ ਬਾਕੀ ਵੀ ਵਿਚਾਰ ਕਰ ਲਾਂਗੇ। ਸੋ ਹੋਈਆਂ ਭੁੱਲਾਂ ਮਾਫ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰ ਕਿੱਕਰ ਸਿੰਘ ਜੀ। ਆਪ ਜੀ ਤਬੀਅਤ ਢਿੱਲੀ ਹੋਣ ਦੇ ਬਾਵਜੂਦ ਵੀ ਆਪ ਜੀ ਨੇ ਬੜੀ ਮਿਹਨਤ ਕਰਕੇ ਉਹ ਸ਼ਬਦ ਸਾਡੇ ਨਾਲ ਸਾਂਝੇ ਕੀਤੇ ਹਨ ਜਿਹੜੇ ਲਿਖਣ ਵਿੱਚ ਸਿਹਾਰੀਆਂ ਬਿਹਾਰੀਆਂ ਨਾਲ ਇੱਕੋ ਜਿਹੇ ਲੱਗਦੇ ਹਨ, ਲੇਕਿਨ ਉਹਨਾਂ ਦੇ ਅਰਥ ਜਿਹੜੇ ਹਨ ਉਹ ਜ਼ਮੀਨ ਅਸਮਾਨ ਦਾ ਜਿਹੜਾ ਫਰਕ ਹੈ। ਔਰ ਇਹ ਤਾਂ ਹੀ ਪਤਾ ਲੱਗਦਾ ਹੈ ਜਦੋਂ ਅਸੀਂ ਗੁਰਬਾਣੀ ਦੀ ਜਾਣਕਾਰੀ ਹਾਸਲ ਕਰਨੇ ਆ ਵਿਆਕਰਨ ਦੀ, ਔਰ ਪਾਠ ਨੂੰ ਸਹਿਜ ਨਾਲ ਢੰਗ ਨਾਲ ਅਸੀਂ ਸਮਝਦੇ ਹਾਂ। ਇੰਦਰਵੀਰ ਸਿੰਘ ਜੀ ਨੇ ਬਾਣੀ ਦੇ ਬਾਰੇ ਗੱਲ ਕੀਤੀ ਸੀ, ਤਾਂ ਉੱਥੇ ਮੈਂ ਗੱਲ ਕਹੀ ਸੀਗੀ ਕਿ ਤੀਸਰੇ ਪਾਤਸ਼ਾਹ ਨੇ ਵੀ ਪਹਿਲਾਂ ਹੀ ਸਾਨੂੰ ਸੁਚੇਤ ਕਰ ਦਿੱਤਾ ਸੀਗਾ ਕਿ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਲੇਕਿਨ ਪੰਜਵੇਂ ਪਾਤਸ਼ਾਹ ਦੇ ਵੇਲੇ ਮਿਹਰਬਾਨ ਨੇ ਇਹ ਨਾਨਕ ਪਦ ਦਾ ਜਿਹੜਾ ਹੈ ਰਲਾ ਉਹਨੇ ਪਾਉਣਾ ਸ਼ੁਰੂ ਕੀਤਾ। ਤਾਂ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਗੁਰੂ ਅਮਰਦਾਸ ਪਾਤਸ਼ਾਹ ਨੇ ਸਾਨੂੰ ਪਹਿਲਾਂ ਹੀ ਸੁਚੇਤ ਕਰਤਾ ਸੀ, ਔਰ ਮਿਹਰਬਾਨ ਜਿਹੜਾ ਹੈ ਉਹ ਪੰਜਵੇਂ ਪਾਤਸ਼ਾਹ ਦੇ ਸਮੇਂ ਦੇ ਉੱਪਰ ਹੋਇਆ ਸੀ। ਤੋ ਇਹ ਜੋ ਵੀਰ ਜੀ ਨੇ ਅੱਜ ਆਪ ਜੀ ਨਾਲ ਵਿਚਾਰ ਸਾਂਝੇ ਕੀਤੇ ਹਨ, ਬੜੇ ਡਿਟੇਲ ਕੀਤੇ ਹਨ। ਮੈਂ ਆਪ ਜੀ ਦਾ ਕਿੱਕਰ ਸਿੰਘ ਜੀ ਦਾ ਧੰਨਵਾਦੀ ਹਾਂ। ਤੋ ਇੱਕ ਲਾਸਟ ਸਵਾਲ ਸਾਡੇ ਕੋਲ ਹੈ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਪ੍ਰਕਾਸ਼ ਦਿਵਸ ਹੈ ਉਹ ਕੱਤੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ ਕਿ ਉਹ ਵਿਸਾਖ ਨੂੰ ਹੋਇਆ ਹੈ ਜਾਂ ਕੱਤੇ ਦੀ ਪੂਰਨਮਾਸ਼ੀ ਵਾਲੇ ਦਿਨ ਹੈ। ਤੋ ਮੈਂ ਸੰਖੇਪ ਵਿੱਚ ਆਪ ਜੀ ਨਾਲ ਇਹਦਾ ਗੱਲ ਕਰਾਂਗਾ, ਔਰ ਆਉਂਦੇ ਵੀਰਵਾਰ ਨੂੰ ਜਦੋਂ ਇਤਿਹਾਸ ਦਾ ਪੀਰੀਅਡ ਹੁੰਦਾ ਹੈ ਮੈਂ ਉਸ ਦੇ ਉੱਪਰ ਡਿਟੇਲ ਨਾਲ ਆਪ ਜੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਕੱਤੇ ਦਾ ਹੈ ਕਿ ਵਿਸਾਖ ਦਾ ਹੈ ਉਹ ਆਪ ਜੀ ਨਾਲ ਮੈਂ ਵਿਚਾਰ ਸਾਂਝੀ ਕਰਾਂਗਾ। ਲੇਕਿਨ ਇੱਕ ਛੋਟੀ ਜਿਹੀ ਗੱਲ ਆਪ ਜੀ ਨਾਲ ਮੈਂ ਕਰਨਾ ਸਾਂਝੀ ਕਿ ਤਕਰੀਬਨ ਸਾਰੇ ਸਿੱਖ ਵਿਦਵਾਨ ਅਤੇ ਸੂਝਵਾਨ ਸ਼ਰਧਾਲੂ ਮੰਨਦੇ ਹਨ ਕਿ ਗੁਰੂ ਸਾਹਿਬ ਦਾ ਜਨਮ ਵਿਸਾਖ ਸੁਦੀ 20 ਵਿਸਾਖ ਸੰਮਤ 1526 ਬਿਕਰਮੀ ਨੂੰ ਹੋਇਆ ਸੀ। ਕਿਸੇ ਸਧਾਰਨ ਵਿਅਕਤੀ ਦੇ ਜਨਮ ਦਿਨ ਨੂੰ ਜਾਣ-ਬੁੱਝ ਕੇ ਝੁਠਲਾਉਣਾ ਉਸ ਵਿਅਕਤੀ ਦਾ ਨਿਰਾਦਰ ਸਮਝਿਆ ਜਾਂਦਾ ਹੈ। ਗੁਰੂ ਸਾਹਿਬ ਤੇ ਸਿੱਖ ਧਰਮ ਦੇ ਬਾਨੀ ਹਨ, ਔਰ ਉਹਨਾਂ ਦੇ ਪ੍ਰਕਾਸ਼ ਉਤਸਵ ਨਾਲ ਅਜਿਹਾ ਖਿਲਵਾੜ ਕਰਨਾ ਬਹੁਤ ਮੰਦਭਾਗਾ ਹੈ। ਸਿੱਖ ਵਿਦਵਾਨ ਸਿੱਖ ਧਰਮ ਨੂੰ ਵਿਸ਼ਵ ਦਾ 5ਵਾਂ ਵੱਡਾ ਧਰਮ ਮੰਨਦੇ ਹਨ, ਪਰ ਸਿੱਖ ਜਗਤ ਉਸੇ ਧਰਮ ਦੇ ਬਾਣੀ ਦਾ ਨਿਰਾਦਰ ਕਰਨ ਵਿੱਚ ਕੋਈ ਝਿਜਕ ਮਹਿਸੂਸ ਨਹੀਂ ਕਰਦੇ ਤੇ ਨਾ ਹੀ ਕੋਈ ਚਿੰਤਾ ਪ੍ਰਗਟਾਉਂਦਾ ਹੈ। ਗੁਰੂ ਨਾਨਕ ਸਾਹਿਬ ਦੀ ਜਨਮ ਤਿਥੀ ਬਾਰੇ ਕੋਈ ਬਹੁਤਾ ਭੁਲੇਖਾ ਨਹੀਂ ਹੈ, ਕਿਉਂਕਿ ਸਾਰੀਆਂ ਪੁਰਾਤਨ ਹੱਥ ਲਿਖਤਾਂ ਅਤੇ ਆਧੁਨਿਕ ਵਿਦਵਾਨਾਂ ਦੀ ਬਹੁ ਗਿਣਤੀ ਵਿਸਾਖ ਸੁਦੀ 3 ਬਾਰੇ ਸਹਿਮਤ ਹੈ। ਪੁਰਾਣੀ ਹੱਥ ਲਿਖਤਾਂ ਜਿਨ੍ਹਾਂ ਵਿੱਚ ਗੁਰੂ ਸਾਹਿਬ ਦਾ ਜਨਮ ਦਿਨ ਵਿਸਾਖ ਸੁਦੀ 3 ਦਿੱਤਾ ਗਿਆ ਹੈ ਉਹ ਇਸ ਤਰ੍ਹਾਂ ਹੈ: ਪੁਰਾਤਨ ਜਨਮ ਸਾਖੀ ਰਚਨਾ
1635 ਈਸਵੀ ਦੀ। ਜਨਮ ਸਾਖੀ ਕ੍ਰਿਤ ਮਨੋਹਰ ਦਾਸ ਮਿਹਰਬਾਨ, ਰਚਨਾ 1581 1684 ਦਾ 40 ਦਾ ਸਮਾਂ ਹੈ। ਗੋਸ਼ ਗੁਰੂ ਨਾਨਕ ਦੇਵ ਜੀ ਰਚਨਾ 1641 ਈਸਵੀ ਨੂੰ ਹੋਈ ਹੈ। ਮਹਿਮਾ ਪ੍ਰਕਾਸ਼ ਰਚਨਾ 1776 ਈਸਵੀ ਨੂੰ ਹੋਈ ਹੈ। ਮਹਿਮਾ ਪ੍ਰਕਾਸ਼ ਕਾਵ ਦੇ ਰੂਪ ਦੇ ਅੰਦਰ ਰਚਨਾ 1776 ਈਸਵੀ। ਭਾਈ ਮਨੀ ਸਿੰਘ ਜੀ ਵਾਲੀ ਜਨਮ ਸਾਖੀ ਰਚਨਾ 1790 ਈਸਵੀ। ਸੁਖਵਾਸੀ ਰਾਮ ਦਾ ਗੁਰੂ ਨਾਨਕ ਬੰਸ ਪ੍ਰਕਾਸ਼ ਰਚਨਾ 1815 ਈਸਵੀ। ਸੋ ਪਿਆਰਾ ਡਾਕਟਰ ਪਿਆਰਾ ਸਿੰਘ ਵੱਲੋਂ ਰਚੀ ਆਦਿ ਸਾਖੀਆਂ ਦੀ ਭੂਮਿਕਾ ਵਿੱਚ ਗੁਰੂ ਨਾਨਕ ਸਾਹਿਬ ਬਾਰੇ ਹੱਥ ਲਿਖਤ ਜਨਮ ਸਾਖੀਆਂ ਅਤੇ ਜਨਮ ਮਿਤੀਆਂ ਦਾ ਵੇਰਵਾ ਵੀ ਜਿਹੜਾ ਹੈ ਉਹ ਦਿੱਤਾ ਗਿਆ ਹੈ। ਭਾਈ ਕਾਹਨ ਸਿੰਘ ਨਾਭਾ ਜੀ ਨੇ ਵੀ ਜੋ ਮਹਾਨ ਕੋਸ਼ ਹੈ ਉਸ ਦੇ ਅੰਦਰ ਪ੍ਰਕਾਸ਼ ਗੁਰੂ ਨਾਨਕ ਪਾਤਸ਼ਾਹ ਦਾ ਵਿਸਾਖ ਸੁਦੀ 3 20 ਵਿਸਾਖ ਜਿਹੜੇ ਹਨ ਉਹ ਲਿਖਦੇ ਹਨ। ਕੇਵਲ ਭਾਈ ਬਾਲੇ ਵਾਲੀ ਜਨਮ ਸਾਖੀ ਜਿਹੜੀ ਹੈ ਉਸ ਦੇ ਵਿੱਚ ਹੀ ਇਹ ਜਿਹੜੀ ਹੈ ਗੜਬੜ ਕੀਤੀ ਗਈ ਹੈ। ਔਰ ਇਸ ਦਾ ਕੀ ਕਾਰਨ ਹੈ, ਇਹ ਕਿਉਂ ਕੀਤੀ ਗਈ ਹੈ? ਇਹ ਵੀਰਵਾਰ ਵਾਲੇ ਦਿਨ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਕੱਤਕ ਜਾਂ ਵਿਸਾਖ ਹੈ, ਉਹ ਆਪ ਜੀ ਦੇ ਨਾਲ ਮੈਂ ਵਿੱਚ ਡਿਟੇਲ ਨਾਲ ਸਾਂਝੀ ਕਰਾਂਗਾ। ਤੋ ਅੱਜ ਦੇ ਸਵਾਲ ਜਵਾਬ ਕਰਦੇ ਆ, ਜਵਾਬ ਦਿੰਦੇ ਆ ਪੈਨਲ ਮੈਂਬਰਾਂ ਪਾਸੋਂ ਜਾਂ ਦਾਸ ਪਾਸੋਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ। ਤੋ ਮੈਂ ਆਪ ਜੀ ਕੋਲੋਂ 2 ਹੱਥ ਜੋੜ ਕੇ ਜਿਹੜੀ ਹੈ ਮਾਫੀ ਮੰਗਦਾ ਹਾਂ ਔਰ ਆਸ ਕਰਦਾ ਹਾਂ ਕਿ ਆਪ ਇਸੇ ਤਰੀਕੇ ਨਾਲ ਸਵਾਲ ਭੇਜਦੇ ਰਹੋਗੇ ਤਾਂ ਕਿ ਆਪ ਜੀ ਸਵਾਲ ਭੇਜਦੇ ਹੋ ਤੇ ਸਾਡੇ ਸਾਰੇ ਹੀ ਜਿਹੜੇ ਪੈਨਲ ਮੈਂਬਰ ਹਨ ਉਹ ਐਕਟਿਵ ਹੋ ਜਾਂਦੇ ਹਨ ਔਰ ਆਪਣੀ ਤਿਆਰੀ ਸ਼ੁਰੂ ਕਰ ਦਿੰਦੇ ਹਨ। ਤੇ ਫਿਰ ਪੈਨਲ ਦੀ ਮੀਟਿੰਗ ਦੇ ਵਿੱਚ ਆਪਸ ਵਿੱਚ ਸਲਾਹ ਕਰਕੇ ਜਿਹੜਾ ਹੈ ਆਪਸ ਵਿੱਚ ਸਹਿਮਤੀ ਬਣਦੀ ਹੈ ਉਹਦੇ ਆਧਾਰ ਤੇ ਆਪ ਜੀ ਦੇ ਨਾਲ ਸੋਮਵਾਰ ਵਾਲੇ ਦਿਨ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਹਨ। ਤੋ ਮੈਂ ਫਿਰ ਆਪ ਜੀ ਨੂੰ ਬੇਨਤੀ ਕਰਾਂਗਾ ਕਿ ਆਪ ਜੀ ਆਪਣੇ ਸਵਾਲ ਜਿਹੜੇ ਹਨ ਭੇਜੋ। ਅੱਜ ਦੇ ਜਿਹੜੇ ਦਿੱਤੇ ਹੋਏ ਸਵਾਲ ਹਨ ਉਹ ਜ਼ਰੂਰੀ ਨਹੀਂ ਕਿ ਆਖਰੀ ਹਨ, ਉਹਨਾਂ ਦੇ ਅੰਦਰ ਕੋਈ ਹੋਰ ਇੰਪਰੂਵਮੈਂਟ ਨਹੀਂ ਹੋ ਸਕਦੀ। ਤੋ ਆਪ ਸਾਰੇ ਵਿਦਵਾਨ ਸੱਜਣ ਹੋ ਜਿਹੜੇ ਇਸ ਮੀਟਿੰਗ ਨੂੰ ਅਟੈਂਡ ਕਰ ਰਹੇ ਹੋ, ਤੋ ਆਪ ਜੀ ਨੂੰ ਵੀ ਬੇਨਤੀ ਹੈ ਕਿ ਆਪ ਇਹਦੇ ਅੰਦਰ ਵੀ ਆਪਣਾ ਇਨਪੁਟ ਦੇਣਾ ਚਾਹੋ ਉਹ ਦੇ ਸਕਦੇ ਹੋ ਔਰ ਇਸ ਦੇ ਬਾਰੇ ਆਪ ਜੀ ਸਵਾਲ ਵੀ ਹੈਂਡ ਰੇਜ਼ ਕਰਕੇ ਪੁੱਛ ਸਕਦੇ ਹੋ। ਤੋ ਮੈਂ ਅੱਜ ਦੀ ਜਿਹੜੀ ਕਲਾਸ ਹੈ ਇੱਥੇ ਹੀ ਸਵਾਲ ਜਵਾਬ ਦੀ ਸਮਾਪਤੀ ਕਰਨ ਦੀ ਆਪ ਜੀ ਨੂੰ ਇਜਾਜ਼ਤ ਮੰਗਦਾ ਹਾਂ। ਅਗਲੇ ਸੋਮਵਾਰ ਫਿਰ ਹੋਰ ਸਵਾਲ ਲੈ ਕਰਕੇ ਹਾਜ਼ਰ ਹੋਵਾਂਗੇ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।